ਹਸਨ ਅਬਦਾਲ ਵਿਖੇ ਪਹੁੰਚੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਰਦਾਨਾ ਜੀ ਨੂੰ ਆਵਾਜ਼ ਦਿੱਤੀ, ਜੋ ਆਪਾਂ ਸਾਰੇ ਜਾਣਦੇ ਹਾਂ। ਜਦੋਂ ਵੀ ਗੁਰਬਾਣੀ ਕੀਰਤਨ ਕਰਨਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਸ ਗੈਨ ਕਰਨਾ ਹੈ, ਤਾਂ ਗੁਰੂ ਨਾਨਕ ਸਾਹਿਬ ਅਕਸਰੀ ਬੋਲਦੇ ਨੇ, ਮਰਦਾਨਿਆਂ ਰਬਾਬ ਛੇੜ। ਬਾਣੀ ਆਈ ਆ। ਰਬਾਬ ਛੇੜਨ ਤੋਂ ਭਾਵ ਰਬਾਬ ਵਜਾ ਤੇ ਅਸੀਂ ਗਾਵਾਂਗੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ। ਵਡਿਆਈ ਵਿਚਾਰ ਆਪਾਂ ਕਰਨੀ ਹੈ। ਇਵੇਂ ਜਿਵੇਂ ਇੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਵੱਲੋਂ ਮਰਦਾਨਾ ਜੀ ਨੂੰ ਆਵਾਜ਼ ਦਿੱਤੀ, ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ। ਕੁਦਰਤੀ ਨੇਮ ਦੇ ਮੁਤਾਬਕ ਰਬਾਬ ਛੇੜਨ ਤੋਂ ਪਹਿਲਾਂ ਮਰਦਾਨਾ ਜੀ ਕਹਿੰਦੇ, ਪਾਤਸ਼ਾਹ ਦਰਅਸਲ ਅੱਜ ਰਬਾਬ ਵੱਜਣੀ ਨਹੀਂ। ਇੱਕ ਅੰਦਰ ਦੀ ਥੋੜੀ ਜਿਹੀ ਭੁੱਖ ਆ, ਪਿਆਸ ਆ। ਕਿਸ ਗੱਲ ਦੀ? ਪਾਣੀ ਦੀ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ, ਪਾਣੀ ਛਕ ਕੇ ਉਸ ਤੋਂ ਬਾਅਦ ਰਬਾਬ ਵਜਾਵਾਂਗੇ। ਹੁਣ ਮਰਦਾਨੇ ਨੇ ਜਵਾਬ ਕਿਉਂ ਦਿੱਤਾ? ਇਹ ਤਾਂ ਇੱਕ ਇੱਥੋਂ ਦੇ ਰਹਿਣ ਵਾਲੇ ਦਾ ਭਲਾ ਕਰਨਾ ਨਾ, ਉਹਦੇ ਤੱਕ ਆਪਣੀ ਪਹੁੰਚ ਵੀ ਕਰਨੀ ਆ। ਤੇ ਗੁਰੂ ਪਾਤਸ਼ਾਹ ਨੇ ਇਸ਼ਾਰਾ ਕੀਤਾ ਵੀ ਉਹ ਵੇਖ ਉੱਚੀ ਪਹਾੜੀ, ਉਸ ਪਹਾੜੀ ਤੇ ਪਾਣੀ ਹੈ ਤੇ ਤੂੰ ਜਾ, ਪਾਣੀ ਛਕ ਆਈ ਤੇ ਪਾਣੀ ਲੈ ਵੀ ਆਈ। ਤੇ ਜਦੋਂ ਮਰਦਾਨਾ ਜੀ ਪਹਾੜੀ ਤੇ ਚੜ੍ਹੇ ਨੇ ਤਾਂ ਉਸ ਪਹਾੜੀ ਤੇ ਪਾਣੀ ਤੇ ਕਬਜ਼ਾ ਕਰਨ ਵਾਲਾ ਇੱਕ ਵਿਅਕਤੀ ਆ, ਜਿਹਦਾ ਇਤਿਹਾਸ ਨੇ ਨਾਮ ਬਲੀ ਕੰਧਾਰੀ ਲਿਖਿਆ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੜੇ ਪਿਆਰੇ ਹੀ ਮਿੱਤਰ ਭਰਾ ਭਾਈ ਮਰਦਾਨਾ ਜੀ ਪਾਣੀ ਦੇ ਕੋਲ ਚਲੇ ਗਏ। ਬਲੀ ਕੰਧਾਰੀ ਦਾ ਪਾਣੀ ਤੇ ਕਬਜ਼ਾ। ਆਪਸ ਵਿੱਚ ਗੱਲਬਾਤ ਸਾਂਝੀ ਕੀਤੀ ਆ, ਤੂੰ ਕੌਣ ਆ? ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ ਜਾਂ ਭਰਾ ਹਾਂ। ਤੇ ਆਪਣੇ ਗੁਰੂ ਦੀ ਮਹਿਮਾ ਬੜੀ ਕੀਤੀ। ਕਰਨੀ ਆ, ਹੱਕ ਬਣਦਾ, ਪਰ ਕੁਦਰਤੀ ਗੱਲ ਆ ਵੀ ਬਹੁਤਿਆਂ ਦੇ ਅੰਦਰ ਇਹ ਭਾਵਨਾ ਹੁੰਦੀ ਹੈ ਵੀ ਕਿਸੇ ਦੀ ਚੜ੍ਹਾਈ ਵੇਖ ਕੇ ਜਰਿਆ ਨਹੀਂ ਜਾਂਦਾ, ਕਿਸੇ ਦੀ ਹੁੰਦੀ ਹੋਈ ਸੋਭਾ ਵੇਖ ਕੇ ਵੀ ਝੱਲਿਆ ਨਹੀਂ ਜਾਂਦਾ। ਦਰਅਸਲ ਉਹਨਾਂ ਨੂੰ ਖੁਦ ਨੂੰ ਠੇਸ ਲੱਗਦੀ ਆ ਵੀ ਮੇਰੇ ਨਾਲੋਂ ਕੋਈ ਵੱਡਾ, ਮੇਰੇ ਨਾਲੋਂ ਕੋਈ ਚੰਗਾ, ਮੇਰੇ ਨਾਲੋਂ ਕੋਈ ਹੋਰ ਵਧੀਆ ਹੋਣਾ ਹੀ ਨਹੀਂ ਚਾਹੀਦਾ। ਮਰਦਾਨਾ ਜੀ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਕੀਤੀ ਹੈ, ਸੋਭਾ ਕੀਤੀ ਆ, ਤਾਂ ਬਲੀ ਕੰਧਾਰੀ ਕਹਿੰਦਾ ਨਹੀਂ, ਪਾਣੀ ਨਹੀਂ ਮਿਲੇਗਾ। ਕਿਉਂ ਨਹੀਂ ਮਿਲੇਗਾ? ਕਿਉਂਕਿ ਜੇ ਤੁਸੀਂ ਇੰਨੀ ਕਰਨੀ ਦੇ ਮਾਲਕ ਹੋ ਜਾਂ ਤੁਹਾਡਾ ਗੁਰੂ ਕਰਨੀ ਦਾ ਮਾਲਕ ਹੈ, ਤਾਂ ਆਪਣਾ ਪਾਣੀ ਦਾ ਪ੍ਰਬੰਧ ਆਪ ਕਰੋ। ਇੱਥੇ ਹੀ ਕਰਨਾ ਹੈ। ਮਰਦਾਨਾ ਚੁੱਪਚਾਪ ਵਾਪਸ ਪਰਤ ਆਇਆ। ਆ ਕੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਪਾਤਸ਼ਾਹ ਪਾਣੀ ਸੀ, ਪਰ ਪਾਣੀ ਤੇ ਇੱਕ ਵਿਅਕਤੀ ਦਾ ਕਬਜ਼ਾ, ਜਿਹਨੇ ਮੋੜਤਾ। ਕਹਿੰਦਾ ਵੀ ਜੇ ਤੁਸੀਂ ਇੰਨੀ
ਚੰਗੇ ਹੋ, ਵਧੀਆ। ਤੁਹਾਡਾ ਜਿਹੜਾ ਉਸਤਾਦ ਆ, ਗੁਰੂ ਆ, ਤੁਹਾਡਾ ਜਿਹੜਾ ਪੀਰ ਆ, ਇੰਨਾ ਹੀ ਤਕੜਾ ਪੀਰ ਆ, ਤੋਂ ਪਾਣੀ ਦਾ ਪ੍ਰਬੰਧ ਆਪ ਕਰੇ, ਇੱਥੇ ਹੀ ਕਰਨਾ, ਮੈਂ ਪਾਣੀ ਨਹੀਂ ਦੇਣਾ। ਉਹਨੇ ਪਾਤਸ਼ਾਹ ਇਦਾਂ ਦੇ ਲਫ਼ਜ਼ ਬੋਲੇ। ਗੁਰੂ ਸਾਹਿਬ ਕਹਿੰਦੇ, ਮਰਦਾਨਿਆ ਕੋਈ ਗੱਲ ਨਹੀਂ, ਤੂੰ ਇੱਕ ਵਾਰੀ ਦੁਬਾਰਾ ਫੇਰ ਜਾ। ਹੁਣ ਮਰਦਾਨੇ ਨੇ, ਗੁਰੂ ਨਾਨਕ ਸਾਹਿਬ ਨੇ ਜੋ ਬਚਨ ਕਹੇ ਆ ਨਾ, ਉਹ ਸੁਣੇ ਵੀ ਇੱਕ ਵਾਰੀ ਫੇਰ ਜਾ, ਪਰ ਜਵਾਬ ਨਹੀਂ ਦਿੱਤਾ। ਪਾਤਸ਼ਾਹ ਜੀ 7 ਬਚਨ। ਮਰਦਾਨਾ ਫਿਰ ਗਿਆ, ਪਰ ਪਾਣੀ ਫਿਰ ਵੀ ਨਾ ਮਿਲਿਆ। ਇਤਿਹਾਸਕਾਰ ਲਿਖਦੇ ਨੇ, ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਤੀਜੀ ਵਾਰ ਫੇਰ ਘੱਲਿਆ, ਤੇ ਉਲਟਾ ਉਹ ਫੇਰ ਬਹੁਤ ਜ਼ਿਆਦਾ ਗੁੱਸੇ ਦੇ ਨਾਲ ਬੋਲਿਆ, ਤੇ ਮਰਦਾਨਾ ਚੁੱਪਚਾਪ ਕਰਕੇ ਵਾਪਸ ਪਰਤ ਆਇਆ। ਗੁਰੂ ਸਾਹਿਬ ਦੇ ਕਹਿਣ ਤੇ ਬਲੀ ਕੰਧਾਰੀ ਵਾਲੀ ਪਹਾੜੀ ਤੇ ਮਰਦਾਨਾ 3 ਵਾਰ ਗਿਆ, ਪਰ ਗੁਰੂ ਸਾਹਿਬ ਨੂੰ ਤੀਜੀ ਵਾਰ ਜਾਣ ਤੋਂ ਬਾਅਦ ਜਵਾਬ ਦੇ ਗਿਆ। ਕਹਿੰਦਾ, ਪਾਤਸ਼ਾਹ ਇਸ ਤੋਂ ਬਾਅਦ ਮੈਂ ਨਾ ਪਾਣੀ ਪੀਣ ਨਹੀਂ ਜਾਵਾਂਗਾ। ਪਾਤਸ਼ਾਹ ਕਹਿੰਦੇ, ਕਿਉਂ? ਨੰਬਰ 1 ਤੇ ਮਾਲਕ ਜੀ, ਜਦੋਂ ਮੈਂ 2 ਵਾਰੀ ਪਹਿਲਾਂ ਗਿਆ ਨਾ, ਉਹਨੇ ਆਮ ਜੀਆਂ ਗੱਲਾਂ ਕੀਤੀਆਂ ਤੇ ਮੈਨੂੰ ਕੁਛ ਬੋਲਿਆ, ਮੈਂ ਝੱਲ ਲਿਆ, ਪਰ ਜਦੋਂ ਮੈਂ ਤੀਜੀ ਵਾਰ ਗਿਆ ਨਾ, ਉਹ ਤਾਂ ਤੁਹਾਨੂੰ ਬਹੁਤ ਘਟੀਆ ਸ਼ਬਦ ਬੋਲਿਆ, ਤੇ ਨਾਲ ਉਹਦੇ ਹੰਕਾਰ ਦਾ ਪਾਰਾ, ਅੰਦਰ ਦੀ ਅੱਗ ਦੇ ਭਾਂਬੜ ਬਲ ਪਏ। ਇੱਕ ਕੁਦਰਤੀ ਨਿਯਮ ਆ ਵੀ ਜਦੋਂ ਕਿਸੇ ਵਸਤੂ ਨੂੰ ਖਤਮ ਕਰਨਾ ਹੋਵੇ ਨਾ, ਤਾਂ ਅੱਗ ਪੂਰੇ ਜ਼ੋਰ ਤੇ ਮਚਾਉਣੀ ਪੈਂਦੀ ਆ। ਜੇ ਅੱਧ ਵਿਚਾਲਿਓਂ ਅੱਗ ਬੁੱਝ ਜੇ ਤੇ ਉਹ ਘਾਹ ਫੂਸ, ਕੋਈ ਕੂੜਾ ਕਰਕਟ ਨਾ ਮੱਚੇ, ਤਾਂ ਫਿਰ ਉਹਦੇ 'ਚ ਧੂੰਆਂ ਨਿਕਲਦਾ ਰਹਿੰਦਾ ਗਾ। ਉਹ ਨਾ ਉਸ ਬੰਨੇ ਨਾ ਉਸ ਬੰਨੇ, ਨਾ ਉਹ ਬੱਚਿਆਂ 'ਚ ਤੇ ਨਾ ਉਹ ਮੱਚਿਆਂ 'ਚ। ਗੁਰੂ ਨਾਨਕ ਸਾਹਿਬ ਕਹਿੰਦੇ, ਮੇਰਾ ਮਕਸਦ ਮਰਦਾਨਿਆ ਤੈਨੂੰ 2 ਵਾਰੀ 3 ਵਾਰੀ ਭੇਜਣ ਦਾ ਇਹੀ ਸੀ ਵੀ ਉਹਦੇ ਅੰਦਰ ਦੀ ਹੰਕਾਰ ਦੀ ਅੱਗ ਪੂਰੀ ਤਰ੍ਹਾਂ ਬਲ ਪਵੇ, ਕਿਤੇ ਬਾਅਦ ਵਿੱਚ ਨਾ ਕੱਚਾ ਜਿਹਾ ਕੰਮ ਨਾ ਰਹਿ ਜੇ, ਤੇ ਆਪਾਂ ਜਾ ਕੇ ਉਹਨੂੰ ਮਿਲਣਾ ਆਪਾਂ ਜਾ ਕੇ। ਤੇ ਚੇਤਾ ਰੱਖਿਓ, ਗੁਰੂ ਨਾਨਕ ਸਾਹਿਬ ਇਦਾਂ ਦੇ ਵਿਚਾਰ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨੇ ਨਾਲ ਕਰ ਰਹੇ ਨੇ ਵੀ ਅੰਦਰ ਦੀ ਅੱਗ ਬਲ ਪੈਣ ਦੇ। ਕੋਈ ਗੱਲ ਨਹੀਂ, ਤੂੰ ਨਹੀਂ ਜਾਣਾ, ਸਾਨੂੰ ਅਪਸ਼ਬਦ ਬੋਲਿਆ ਤਾਂ ਵੀ ਕੋਈ ਗੱਲ ਨਹੀਂ। ਤੇ ਆਪਣਾ ਮਤਲਬ ਹੀ ਹੈ ਨਾ, ਕਲ ਤਾਰਨ ਨਾਨਕ ਆਇਆ। ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਆਪਾਂ ਆਏ ਆ, ਤੇ ਆਪਾਂ ਇਹ ਕੰਮ, ਆਪਣਾ ਇਹ ਫਰਜ਼ ਨਿਭਾਉਣਾ। ਆਪਾਂ ਇਹਨੂੰ ਕੁਝ ਨਾ ਕੁਝ ਸਿਖਾਉਣਾ ਗਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸਭ ਤੋਂ ਪਹਿਲਾਂ ਮਰਦਾਨਾ ਜੀ ਦੇ ਪਾਣੀ ਦਾ ਪ੍ਰਬੰਧ ਕਰਨ ਦੇ ਲਈ ਇਧਰੋਂ ਉਧਰੋਂ ਥੋੜਾ ਜਿਹਾ ਜਗ੍ਹਾ ਭਾਲ ਕੇ, ਟੋਲ ਕੇ, ਤੇ ਪਾਣੀ ਦਾ ਚਸ਼ਮਾ ਵਗਦਾ ਨਜ਼ਰ ਆਇਆ, ਜਾਂ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਕਰਕੇ ਪਾਣੀ ਦਾ ਚਸ਼ਮਾ ਵਗ ਰਿਹਾ ਗਾ। ਜਲ ਪਾਣੀ ਛਕਿਆ ਤੇ ਗੁਰੂ ਨਾਨਕ ਸਾਹਿਬ ਪਹਾੜੀ ਦੇ ਲਾਗੇ ਆ ਗਏ। ਉਹ ਉੱਚੇ ਥਾਂ ਤੇ ਬੈਠਾ ਬਲੀ ਕੰਧਾਰੀ, ਤੇ ਗੁਰੂ ਨਾਨਕ ਸਾਹਿਬ ਥੱਲੇ ਖੜੇ ਨੇ। ਤੇ ਗੁਰੂ ਨਾਨਕ ਸਾਹਿਬ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ, ਮਰਦਾਨਿਆ, ਪਹਿਲੀ ਗੱਲ ਤਾਂ ਬਲੀ ਕੰਧਾਰੀ ਹੋਰ ਮੱਚ ਪਿਆ, ਹੋਰ ਉਹਦੇ ਅੰਦਰ ਭਾਂਬੜ ਬਲ ਪਏ। ਆਹ ਕੌਤਕ ਵੇਖ ਕੇ, ਕਿਹੜਾ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਕਿਰਪਾ ਸਦਕਾ ਜਿਹੜਾ ਚਸ਼ਮਾ ਚੱਲਿਆ ਪਾਣੀ ਦਾ, ਤੇ ਉਹਦਾ ਕਬਜ਼ ਆਪਣਾ ਕੀਤਾ। ਵੈਸੇ ਵੀ ਸਾਰੇ ਪਾਣੀ ਮੈਨੂੰ ਪੁੱਛ ਕੇ ਪੀਣ, ਤੇ ਮੇਰੇ ਹੁਕਮ ਤੋਂ ਬਿਨਾਂ ਕੋਈ ਪਾਣੀ ਨਹੀਂ ਪੀ ਸਕਦਾ ਗਾ। ਇਹ ਚੀਜ਼ ਨੂੰ ਦੇਖ ਕੇ ਅੰਦਰੋਂ ਬਲ ਪਿਆ। ਨੰਬਰ 2 ਤੇ ਗੁਰੂ ਨਾਨਕ ਪਾਤਸ਼ਾਹ ਜੀ ਹੇਠਾਂ ਨੇ, ਤੇ ਉੱਪਰੋਂ
ਆਪਣੇ ਵੱਲੋਂ ਪੱਥਰ ਮਾਰਨ ਦੀ ਕੋਸ਼ਿਸ਼ ਕਰਦਾ। ਪੱਥਰ ਰੋੜਿਆ ਕਹਿ ਲੋ, ਚੱਕਿਆ ਕਹਿ ਲੋ, ਮਾਰਨ ਦਾ ਯਤਨ ਕਰਦਾ। ਤੇ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਵੀ ਖਰੀਆਂ ਸੁਣਾਈਆਂ ਤੇ ਗੁਰੂ ਸਾਹਿਬ ਹੁਣ ਵੀ ਕਹਿੰਦੇ ਨੇ ਉੱਚੀ ਆਵਾਜ਼ ਦੇ ਵਿੱਚ, ਜਿਨ੍ਹਾਂ ਦਾ ਜੀਵਨ ਪੱਥਰਾਂ ਵਰਗਾ ਹੋਵੇ ਨਾ ਤੇ ਉਹ ਪੱਥਰ ਹੀ ਦਿੰਦੇ ਨੇ। ਜਿਨ੍ਹਾਂ ਦੇ ਜੀਵਨ 'ਚ ਦਇਆ ਹੋਵੇ ਉਹ ਦਇਆ ਦਿੰਦੇ ਨੇ। ਕੁਦਰਤੀ ਬੰਦੇ ਦਾ ਨੇਮ ਆ, ਜਿਹੋ ਜਿਹਾ ਬੰਦੇ ਕੋਲੇ ਗੁਣ ਆ ਤੇ ਬੰਦਾ ਉਹੋ ਜਿਹਾ ਗੁਣ ਹੀ ਅੱਗੇ ਵੰਡਦਾ। ਜਿਹੋ ਜੀ ਬੰਦੇ ਦੀ ਆਦਤ ਆ ਨਾ, ਆਦਤ ਦੇ ਮੁਤਾਬਕ ਹੀ ਆ ਬੰਦਾ। ਕਿਸੇ ਦੀ ਚੋਰੀ ਕਰਨ ਦੀ ਆਦਤ ਆ ਤਾਂ ਉਹ ਚੋਰੀਆਂ ਕਰਨੀਆਂ ਸਿਖਾਵੇਗਾ, ਗੱਲਾਂ ਵੀ ਚੋਰੀਆਂ ਦੀਆਂ ਕਰੇਗਾ। ਕੋਈ ਠੱਗ ਆ, ਕੋਈ ਧੋਖੇਬਾਜ਼ ਆ, ਕਿਸੇ ਵੀ ਤਰ੍ਹਾਂ ਦਾ ਕੋਈ ਗੁਣੀ ਗਿਆਨੀ ਬੰਦਾ, ਉਹਨੇ ਉਹੋ ਜਿਹੀਆਂ ਗੱਲਾਂ ਕਰਨੀਆਂ ਨੇ। ਤੇ ਜਿਹੋ ਜਿਹਾ ਕਿਸੇ ਕੋਲੇ ਕੋਈ ਚੀਜ਼ ਹੈ ਤੇ ਉਹੀ ਜਿਹੀ ਕੋਈ ਦੇਣੀ ਆ। ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉੱਚੀ ਆਵਾਜ਼ ਦੇ ਵਿੱਚ ਸੁਣਾਉਣਾ ਬਲੀ ਕੰਧਾਰੀ ਨੂੰ ਆ। ਪੱਥਰਾਂ ਵਾਲੇ ਪੱਥਰੀ ਦੇਣਗੇ ਮਰਦਾਨਿਆਂ, ਉਹ ਪਾਣੀ ਨਹੀਂ ਦੇ ਸਕਦੇ। ਹੋਰ ਕੀ ਦੇਣਾ ਉਹਨਾਂ ਨੇ, ਪੱਥਰ ਹੀ ਮਾਰਨੇ ਆ ਨਾ। ਤੇ ਚੇਤਾ ਰੱਖਿਓ, ਗੁਰੂ ਨਾਨਕ ਸਾਹਿਬ ਨੇ ਅਜਿਹੇ ਬਚਨ ਬੋਲੇ ਜੋ ਪੱਥਰ ਮਾਰਨ ਦੀ ਤਿਆਰੀ ਚਾ ਗੁਰੂ ਨਾਨਕ ਸਾਹਿਬ ਦੇ ਮਰਦਾਨਾ ਜੀ ਦੇ ਉੱਪਰ ਪੱਥਰ ਸੁੱਟਣ ਦੀ ਤਿਆਰੀ ਚਾ ਗੁਰੂ ਨਾਨਕ ਸਾਹਿਬ ਵੱਲੋਂ ਖਰੀਆਂ ਸੁਣ ਕੇ ਪੱਥਰ ਸੁੱਟਿਆ ਨਹੀਂ, ਉਹਦੇ ਹੱਥ ਰੁਕ ਗਏ, ਮਾਰਿਆ ਨਹੀਂ। ਚਲੋ, ਕਹਿਣ ਤੋਂ ਭਾਵ ਵੀ ਗੁਰੂ ਨਾਨਕ ਸਾਹਿਬ ਨੇ ਅਜਿਹੇ ਬਚਨ ਬੋਲੇ, ਬਲੀ ਕੰਧਾਰੀ ਹੰਕਾਰ ਦੇ ਵਿੱਚ ਗੁਰੂ ਸਾਹਿਬ ਅਤੇ ਮਰਦਾਨਾ ਜੀ ਦੇ ਪੱਥਰ ਮਾਰਦੇ ਨੇ। ਪੱਥਰ ਰੁਕ ਗਿਆ, ਵੱਜਿਆ ਨਹੀਂ। ਹਿੰਮਤ ਨਹੀਂ ਪਈ, ਅੰਦਰੋਂ ਇਜਾਜ਼ਤ ਨਹੀਂ ਮਿਲੀ, ਸਰੀਰ ਬਲ ਛੱਡ ਗਿਆ। ਕਿਸ ਤਰ੍ਹਾਂ ਇਹਨੂੰ ਥੋੜਾ ਜਿਹਾ ਆਪਾਂ ਨਾ ਇਉਂ ਸਮਝਣਾ। ਇੱਕ ਗੱਲ ਆ ਵੀ ਸਾਨੂੰ ਗੱਲ ਇਤਿਹਾਸ ਵਿੱਚੋਂ ਇਦਾਂ ਲਿਖੀ ਮਿਲਦੀ ਆ ਵੀ ਬਲੀ ਕੰਧਾਰੀ ਨੇ ਗੁਰੂ ਨਾਨਕ ਸਾਹਿਬ ਤੇ ਮਾਰਿਆ ਪੱਥਰ ਜਾਂ ਸੁੱਟਿਆ ਤੇ ਗੁਰੂ ਸਾਹਿਬ ਨੇ ਪੰਜਾ ਲਾ ਕੇ ਰੋਕ ਲਿਆ। ਕੋਈ ਵੱਡੀ ਗੱਲ ਨਹੀਂ, ਮਾਲਕ ਹੈ, ਦੀਨ ਦੁਨੀਆ ਦਾ ਬਾਲੀ ਆ। ਉਹ ਆਪਣੀ ਮੌਜ ਦੇ ਵਿੱਚ ਕੁਛ ਵੀ ਕਰ ਸਕਦਾ। ਸਾਡਾ ਹੱਕ ਨਹੀਂ ਸਾਡੇ ਗੁਰੂ ਤੇ ਸ਼ੰਕਾ ਕਰਨਾ। ਇੱਕ ਨੰਬਰ, ਬਾਅਦ ਚ ਆਪਾਂ ਗੱਲ ਨੂੰ ਸਮਝਾਂਗੇ। ਨੰਬਰ 2 ਤੇ ਬਹੁਤੇ ਉਹ ਨੇ ਜਿਹੜੇ ਲੋਕ ਕਹਿੰਦੇ ਨੇ, ਕਹਿੰਦੇ ਪੱਥਰ ਨੂੰ ਕਿਵੇਂ ਰੋਕ ਲਿਆ ਭਲਾ? ਐ ਬੰਦਾ ਕੋਈ ਉੱਪਰੋਂ ਚੀਜ਼ ਸੁੱਟੇ ਤੇ ਹੇਠਾਂ ਰੋਕ ਸਕਦਾ? ਨਹੀਂ ਰੁਕੇਗੀ। ਇਸ ਵਜ੍ਹਾ ਕਰਕੇ ਅੱਜ ਕੁਝ ਕੁ ਗਲਤ ਸੋਚ ਵਾਲੇ ਲੋਕਾਂ ਵੱਲੋਂ ਲੜਾਈ ਵਿੱਢੀ ਹੋਈ ਆ। ਇੱਕ ਕਹਿੰਦਾ ਪੱਥਰ ਕਿਵੇਂ ਰੋਕ ਲਿਆ, ਇੱਕ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਪੱਥਰ ਰੋਕ ਲਿਆ। ਗੁਰੂ ਨਾਨਕ ਸਾਹਿਬ ਨੇ ਪੱਥਰ ਰੋਕ ਲਿਆ, ਪਰ ਰੋਕਣ ਦਾ ਢੰਗ ਕੀ ਆ ਇਹਨੂੰ ਸਮਝੋ। ਹੁਣ ਜਦੋਂ ਬਲੀ ਕੰਧਾਰੀ ਪੱਥਰ ਮਾਰਦਾ ਨਾ ਤੇ ਗੁਰੂ ਨਾਨਕ ਸਾਹਿਬ ਨੇ ਅਜਿਹੇ ਬੋਲੇ, ਬਲੀ ਕੰਧਾਰੀ ਤੋਂ ਪੱਥਰ ਵੱਜਿਆ ਨਹੀਂ, ਉਹਦੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ, ਉਹਦੇ ਸਰੀਰ ਨੇ ਸਾਥ ਨਹੀਂ ਦਿੱਤਾ। ਜਿਵੇਂ ਸੱਜਣ ਠੱਗ ਨੇ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਦੇ ਗੰਡਾਸਾ ਮਾਰਨਾ, ਹਥਿਆਰ ਚਲਾਉਣਾ ਨਾ, ਉਹਨਾਂ ਨੂੰ ਲੁੱਟਣਾਗਾ, ਮਾਰਨਾਗਾ, ਉਹਦੀ ਭਾਵਨਾ। ਪਰ ਗੁਰੂ ਨਾਨਕ ਸਾਹਿਬ ਵੱਲੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਨੂੰ ਸੁਣ ਕੇ ਸੱਜਣ ਠੱਗ ਦਾ ਗੰਡਾਸਾ ਚੱਲਿਆ ਨਹੀਂ। ਜੇ ਇਹਨੂੰ ਆਪਾਂ ਹੁਣ ਇਉਂ ਕਹਿ ਦਈਏ ਵੀ ਸੱਜਣ ਠੱਗ ਮਾਰਦਾ ਸੀ ਗੁਰੂ ਨਾਨਕ ਸਾਹਿਬ ਦੇ ਗੰਡਾਸਾ, ਤੇ ਗੁਰੂ ਨਾਨਕ ਸਾਹਿਬ ਨੇ ਐਸਾ ਹੱਥ ਪਾਇਆ, ਗੰਡਾਸਾ ਉਹ ਰੁਕ ਗਿਆ, ਚੱਲਿਆ ਨਹੀਂ।
जचदी है गल भी, हाँ भाई वाकई ठीक आ। हुण इस गल नूं आपां इउं समझना भी शब्दां दी जिहड़ी ताकत आ ना, ये बहुत वड्डी ताकत आ, बहुत वड्डी ताकत आ, जिन्हों आपां कह लईए शब्द बोल आवाज। बाबे नानक ने ऐसी आवाज दिती आ, वो पत्थर मारन वाला कमजोर हो गया, पत्थर वो तो बज्जिया नहीं है। गुरु साहब ने अपनी बख्शिश द्वारा, अपनी नदर द्वारा, शब्द दी करामात द्वारा पत्थर नूं रोक लिया, हथ दे के रोक लिया। ਤੇ ਹੁਣ ਇਹਦੇ 'ਚ ਲੜਾਈ ਕਿੱਥੇ ਰਹਿ ਗਈ? ਪਰ ਤੁਸੀਂ ਜਦੋਂ ਜਾਓਗੇ ਨਾ ਸੋਸ਼ਲ ਮੀਡੀਆ ਤੇ, ਲੜਾਈ ਪਈ। ਇੱਕ ਕਹਿੰਦਾ ਜੀ ਪੰਜੇ ਨਾਲ ਪੱਥਰ ਕਿਵੇਂ ਰੁਕ ਗਿਆ, ਦੂਜਾ ਕਹਿੰਦਾ ਜੀ ਇਉਂ ਪੱਥਰ ਰੋਕ ਹੀ ਨਹੀਂ ਸਕਦਾਗਾ, ਇਹ ਤਾਂ ਗਲਤ ਗੱਲ ਆ ਗਈ। ਸਾਨੂੰ ਬਾਲ ਦੀ ਖਲ ਲਾਉਣ ਦੀ ਕੀ ਲੋੜ ਆ, ਗੱਲ ਸਮਝਣ ਦੀ ਲੋੜ ਆ। ਬਾਬੇ ਨਾਨਕ ਨੇ ਸ਼ਬਦਾਂ ਦੇ ਤਾਕਤ ਦੁਆਰਾ ਪੱਥਰ ਨੂੰ ਰੋਕ ਲਿਆ, ਬਸ ਗੱਲ ਖਤਮ ਆ। ਤੇ ਹੁਣ ਬਲੀ ਕੰਧਾਰੀ ਦਾ ਹੰਕਾਰ ਬਾਬੇ ਨਾਨਕ ਦੀਆਂ ਗੱਲਾਂ ਸੁਣ ਕੇ ਚਕਨਾਚੂਰ ਹੋ ਗਿਆ, ਪਹਾੜੀ ਤੋਂ ਹੇਠਾਂ ਉਤਰ ਆਇਆ, ਗੁਰੂ ਨਾਨਕ ਪਾਤਸ਼ਾਹ ਤੋਂ ਮੁਆਫੀ ਮੰਗੀ, ਅੱਗੇ ਤੋਂ ਭਲੇ ਦੇ ਕਾਰਜ ਕਰਨ ਦਾ ਪ੍ਰਣ ਕੀਤਾ। ਪਾਤਸ਼ਾਹ ਗਲਤੀ ਹੋ ਗਈ, ਜੋ ਤੁਸੀਂ ਬਚਨ ਕਹੇ ਆ ਮੇਰੇ ਦਿਲ ਨੂੰ ਟੁੰਬ ਗਏ। ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੈ ਉਸਾਸ, ਚੋਟ ਸਹਾਰੈ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਤੂੰ ਮੇਰਾ ਗੁਰੂ ਆ, ਮੈਂ ਤੇਰਾ ਦਾਸ। ਜਾਣੀ ਕਿ ਸ਼ਬਦਾਂ ਦੀ ਚੋਟ ਬਲੀ ਕੰਧਾਰੀ ਦੇ ਹਿਰਦੇ 'ਚ ਵੱਜੀ, ਉਲਟਾ ਪੱਥਰ ਗੁਰੂ ਨਾਨਕ ਸਾਹਿਬ ਵੱਲ ਨਹੀਂ ਆ ਸਕਿਆ। ਸ਼ਬਦਾਂ ਦੀ ਚੋਟ ਵੱਜੀ, ਐਸੀ ਚੋਟ ਵੱਜੀ, ਬਲੀ ਕੰਧਾਰੀ ਦਾ ਹੰਕਾਰ ਚਕਨਾਚੂਰ ਹੋ ਗਿਆ। ਪਿਆਰਿਓ, ਹੁਣ ਇਸ ਗੱਲ ਨੂੰ ਮੰਨ ਲਓ, ਭਾਵੇਂ ਬਾਬੇ ਨਾਨਕ ਨੇ ਹੱਥ ਨਾਲ ਪੱਥਰ ਰੋਕ ਲਿਆ, ਭਾਵੇਂ ਗੁਰੂ ਨਾਨਕ ਸਾਹਿਬ ਬੈਠੇ ਰਹੇ, ਪੱਥਰ ਆਇਆ ਹੀ ਨਹੀਂ, ਇਹਨੂੰ ਜਿਵੇਂ ਮਰਜ਼ੀ ਕਹਿ ਲਓ, ਉਵੇਂ ਸੱਚ ਆ। ਪਰ ਬਾਬੇ ਨਾਨਕ ਨੇ ਸ਼ਬਦਾਂ ਦੀ ਤਾਕਤ ਨਾਲ ਪੱਥਰ ਨੂੰ ਹੇਠਾਂ ਆਉਣ ਹੀ ਨਹੀਂ ਦਿੱਤਾ। ਥੋੜਾ ਜਿਹਾ ਹੋਰ ਸੌਖਾ ਕਰ ਲਓ, ਜਿਵੇਂ ਕਈ ਵਾਰ ਨਾ ਕਿਸੇ ਕੋਲੇ ਹੋਵੇ ਪਿਸਤੌਲ ਹੋਵੇ ਨਾ, ਤੇ ਬੰਦਾ ਮੂਰਲਾ ਹੋਵੇ, ਜੁਰਤ ਵਾਲਾ, ਅਣਖ ਵਾਲਾ, ਤੇ ਐਸੇ ਬੋਲ ਬੋਲੇ। ਕਿਹੜੇ ਬੋਲ? ਲੈ ਜੇ ਹਿੰਮਤ ਆ ਤਾਂ ਚਲਾ ਗੋਲੀ। ਆਮ ਹੀ ਦੇਖਦੇ ਨਾ ਆਪਾਂ, ਹਿੰਮਤ ਆ ਤਾਂ ਚਲਾ ਗੋਲੀ ਭਾਈ। ਤੇ ਵਾਹਿਗੁਰੂ ਭਲਾ ਕਰੇ, ਪਿਸਤੌਲ ਚਲਾਉਣ ਵਾਲਿਆਂ ਦੇ ਹੱਥ ਰੁਕ ਜਾਂਦੇ ਆ, ਰਫਲਾਂ ਵਾਲਿਆਂ ਦੇ ਹੱਥ ਰੁਕ ਜਾਂਦੇ ਆ, ਰਫਲਾਂ ਦੇ ਮੂੰਹ ਮੁੜ ਜਾਂਦੇ ਨੇ। ਅਗਲਾ ਬੰਦਾ ਜੁਰਤ ਨਾਲ ਬੋਲੇ ਤਾਂ ਇਹ ਬਾਬੇ ਨਾਨਕ ਦੀ ਜੁਰਤ ਆ। ਬਾਬੇ ਨਾਨਕ ਨੇ ਆਪਣੇ ਸ਼ਬਦਾਂ ਦੀ ਤਾਕਤ ਨਾਲ ਪੱਥਰ ਹੱਲਣ ਨਹੀਂ ਦਿੱਤਾ। ਆ ਗਿਆਨ ਹੈਗਾ। ਬਲੀ ਕੰਧਾਰੀ ਪਹਾੜੀ ਤੋਂ ਹੇਠਾਂ ਉਤਰਿਆ, ਹੰਕਾਰ ਚਕਨਾਚੂਰ ਹੋਇਆ, ਮੁਆਫੀ ਮੰਗੀ, ਕੀਤੇ ਦਾ ਪਛਤਾਵਾ ਕੀਤਾ, ਅੱਗੇ ਤੋਂ ਅਜਿਹਾ ਨਹੀਂ ਕਰਾਂਗਾ। ਤੇ ਅੱਜ ਉਹ ਹਸਨ ਅਬਦਾਲ ਦੀ ਧਰਤੀ ਤੇ, ਜੋ ਪਾਕਿਸਤਾਨ ਦੇ ਵਿੱਚ ਹੈ, ਗੁਰਦੁਆਰਾ ਪੰਜਾ ਸਾਹਿਬ ਬਣਿਆ ਹੋਇਆ। ਇਹ ਕਿੱਥੋਂ ਦਾ ਟੂਰ ਆ ਗੁਰੂ ਨਾਨਕ ਪਾਤਸ਼ਾਹ ਜੀ ਦਾ? ਦਸਤਗੀਰ ਕੋਲੇ ਵਿਚਾਰਾਂ ਕਰਨ ਤੋਂ ਬਾਅਦ ਵਾਪਸੀ ਦਾ ਹਸਨ ਅਬਦਾਲ ਦਾ। ਇਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਏਮਨਾਬਾਦ ਦੀ ਧਰਤੀ ਤੇ ਵੀ ਪਹੁੰਚਦੇ ਨੇ। ਚੇਤਾ ਰੱਖਿਓ, ਏਮਨਾਬਾਦ ਸ਼ੈਦਪੁਰ। ਗੁਰੂ ਪਾਤਸ਼ਾਹ ਜੀ ਇਸ ਧਰਤੀ ਤੇ 2 ਵਾਰੀ ਗਏ। ਜਾਂ ਇਉਂ ਕਹਿ ਲਓ, ਮੰਨ ਲਓ ਵੀ ਆਪਣਾ ਪਿੰਡ ਸੈਂਟਰ ਹੈਗਾ। ਜੇ ਆਪਾਂ ਕਿਸੇ ਦੂਰ ਦੁਰਾਡੇ ਜਾਣਾ ਹੋਵੇ, ਵੀ ਜਿਹੜੇ ਪਿੰਡ ਵਿੱਚੋਂ ਦੀ ਲੰਘਣਾ, ਉੱਥੋਂ ਦੀ 2 ਵਾਰੀ 3 ਵਾਰੀ 4 ਵਾਰੀ ਲੰਘਣਾ ਹੀ ਪੈਣਾ ਆਪਾਂ ਨੂੰ। ਉਹਨੂੰ ਛੱਡ ਤਾਂ ਆਪਾਂ ਸਕਦੇ ਹੀ ਨਹੀਂ। ਹੁਣ ਉਹ ਥਾਂ ਗਈ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਦੁਬਾਰਾ ਵੀ ਜਾਣਾ ਪਿਆ। ਇੱਕ ਵਾਰੀ ਤਾਂ ਉਹ ਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਾਲੋ ਜੀ ਦੇ ਘਰ ਤੇ ਮਲਕ ਭਾਗੋ ਦੇ ਘਰ ਦਾ, ਜੋ ਆਪਾਂ ਵੇਰਵਾ ਸਾਰੇ ਜਾਣਦੇ ਆ, ਪ੍ਰਸ਼ਾਦੇ ਦਾ ਸੁਣਿਆ ਵਿਆਗਾ। ਇਧਰੋਂ ਹੱਕ ਹਲਾਲ ਦੀ ਕਮਾਈ ਨਹੀਂ ਹੈ,
ਤੇ इधरों किरती मनुखा उहदी हक हलाल दी कमाई आ। हक हलाल दी किरत दी कमाई विचों बनाया होया भोजन दुध वर्गा स्वाद हुंदा ते 2 नंबर दी कमाई नाल बनाया होया भोजन लहू वर्गा हुंदा। बस इन्ना ही फर्क है। ये फर्क गुरु नानक साहब ने मलक भागो दा कढ़िया सी भी तेरा जिहड़ा जीवन बहुत घटिया जीवन, तू लोकां दा हक मारदा, हक पराया नानका उस सूअर उस गाय गुर पीर हम तां भरे जां मुरदार ना खाए, भलिया तू मुरदार खा रहांगा, छड़ दे रहन दे। ते आ देख इधर मिसा प्रसादा किरत दा प्रसादा किन्ना स्वाद आ। ਤੇ ਇੱਥੇ ਆਪਾਂ ਨੂੰ ਇਹ ਵੀ ਕਹਿਣਾ ਬਣਦਾ ਵੀ ਭਾਈ ਲਾਲੋ ਜੀ ਗੁਰੂ ਨਾਨਕ ਸਾਹਿਬ ਦੇ ਬਹੁਤ ਪਿਆਰੇ ਸਿੱਖ ਨੇ। ਤੁਸੀਂ ਸਾਰੇ ਜਾਣਦੇ ਹੋ ਜਗਤ ਰਾਮ ਤਰਖਾਣ ਦੇ ਘਰ ਦਾ ਜਨਮ ਹੋਇਆ। ਛੋਟਾ ਜਿਹਾ ਨਿੱਕਾ ਜਿਹਾ ਇੱਕ ਟੌਪਿਕ ਲੈ ਲਓ। ਅੱਜ ਸ਼ਾਇਦ ਭਾਈ ਲਾਲੋ ਦੇ ਵਾਰਸ ਭਾਈ ਲਾਲੋ ਨੂੰ ਭੁੱਲ ਚੁੱਕੇ ਆ। ਮੈਂ ਕਈ ਵਾਰ ਸੋਚਦਾ ਹੁੰਨਾ, ਚਲੋ ਵੈਸੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਆ, ਉਹਨਾਂ ਨੇ ਸਾਨੂੰ ਜਾਤੀਵਾਦ ਦੇ ਸਿਸਟਮ ਤੋਂ ਉੱਪਰ ਚੁੱਕਿਆ। ਅਸੀਂ ਜਾਤੀਵਾਦ ਦੇ ਚੱਕਰ 'ਚ ਨਹੀਂ ਪੈਣਾ, ਪਰ ਫਿਰ ਵੀ ਸਾਨੂੰ ਨਹੀਂ ਜੇ ਸਰਦਾ, ਜੇ ਸਾਨੂੰ ਨਹੀਂ ਵੀ ਸਰਦਾ ਨਾ, ਫਿਰ ਵੀ ਆਪਾਂ ਨੂੰ ਇੰਨਾ ਕੁ ਜ਼ਰੂਰ ਵੇਖਣਾ ਪਊਗਾ, ਕੱਲੀ ਕੱਲੀ ਮਜ਼ਹਬ ਜਾਤੀ ਨਸਲ ਦੇ ਨਾਲ ਮਿਲ ਕੇ ਵੇਖੀਏ ਨਾ, ਸਾਡੇ ਹੀ ਪਰਿਵਾਰਾਂ ਚੋਂ ਸਾਡੇ ਹੀ ਪਿਛੋਕੜਾਂ ਦੇ ਵਿੱਚੋਂ ਬਹੁਤ ਧਨੀ ਲੋਕ ਬੈਠੇ ਨੇ। ਧਨੀ ਲੋਕ ਬੈਠੇ ਆ ਨਾ, ਉਹ ਧਨੀ ਕੌਣ ਨੇ? ਹੁਣ ਭਗਤ ਰਵਿਦਾਸ ਦੇ ਪਰਿਵਾਰ ਗੱਲ ਕਰਨ ਵੀ ਭਗਤ ਰਵਿਦਾਸ ਵਰਗਾ ਦੁਨੀਆ 'ਚ ਨਹੀਂ ਕੋਈ ਹੈ, ਉਹ ਕਿਉਂ ਕਮਲੋ ਡੇਰਿਆਂ 'ਚ ਤੁਰੇ ਫਿਰਦੇ ਹੋ, ਧੱਕੇ ਖਾਂਦੇ? ਬਣਦਾ ਨਾ। ਨਾਲੇ ਹਾਲਾਂਕਿ ਉਹਨਾਂ ਸਤਿਕਾਰ ਨਹੀਂ ਮਿਲਦਾ ਜਿੰਨਾ ਬਾਬੇ ਨਾਨਕ ਦੇ ਪਾਤਸ਼ਾਹ ਜੀ ਦੇ ਘਰ ਵਿੱਚੋਂ ਪਿਆਰ ਮਿਲਣਾ, ਉਹ ਬਾਹਰੋਂ ਨਹੀਂ ਮਿਲਣਾ ਗਾ। ਜੇ ਮੰਨ ਲਓ ਆਪਾਂ ਹੋਰ ਵੀ ਥੱਲੇ ਚੱਲ ਗਏ, ਹੋਰ ਵੀ ਗੱਲਾਂ ਕਰੀਏ, ਅੱਜ ਕਿੰਨੇ ਕਿਸਾਨ ਪਰਿਵਾਰ ਨੇਗੇ ਜਿਹੜੇ ਕਿ ਗੁਰੂ ਨਾਨਕ ਪਾਤਸ਼ਾਹ ਦਾ ਪੱਲਾ ਛੱਡ ਕੇ ਪਤਾ ਨਹੀਂ ਕਿੱਥੇ ਕਿੱਥੇ ਫਿਰਦੇ ਨੇ। ਬੰਦਾ ਸਿੰਘ ਬਹਾਦਰ ਵਰਗਿਆਂ ਨਾਲੋਂ ਕੌਣ ਬਲਵਾਨ ਹੋ ਸਕਦਾ ਜਿਹੜਾ ਸਾਨੂੰ ਇਹ ਕਿਸਾਨੀ ਦੀ ਲੈਣ 'ਚ ਮਤਲਬ ਜਾਂ ਜ਼ਮੀਨਾਂ ਤੇ ਕਾਬਜ਼ ਕਰਵਾ ਕੇ ਕੌਣ ਜਾਣਦਾ। ਕਿਤੇ ਕਿਤੇ ਗੱਲ ਹੁੰਦੀ ਆ, ਫਿਰ ਉੱਥੇ ਗੱਲਾਂ ਕਰਨ ਵੀ ਨਹੀਂ ਦਿੱਤੀਆਂ ਜਾਂਦੀਆਂ। ਭਗਤ ਧੰਨਾ ਜੀ, ਚਲੋ ਮੰਨ ਲਓ ਅਸੀਂ ਇਸ ਗੱਲ 'ਚ ਪੈਣਾ ਨਹੀਂ, ਪਰ ਇੱਕ ਆਪਣੇ ਜੀਵਨ ਨੂੰ ਸਕੂਨ ਦੇਣ ਦੇ ਲਈ ਮੰਨ ਸਕਦੇ, ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ 'ਚ ਲਿਆ ਸਕਦੇ ਆ। ਤੇ ਭਗਤ ਧੰਨਾ ਜੀ ਨਾਲੋਂ ਹਨ ਤਾਂ ਕਿਸਾਨ ਹੀ ਆ ਨਾ, ਕੋਈ ਹੈ ਵੱਡਾ? ਨਿਗਾਹ ਮਾਰ ਕੇ ਵੇਖੋ। ਨਾਮਦੇਵ ਦਰਜੀਆਂ ਦੇ ਪਰਿਵਾਰ ਚੋਂ ਆ, ਜੇ ਆਪਾਂ ਕਹੀਏ ਤਾਂ ਭਾਈ ਕਿੱਧਰ ਨੂੰ ਮੂੰਹ ਚੱਕਿਆ ਗਾ, ਦੇਖ ਕਿੱਡਾ ਭਗਤ ਨਾਮਦੇਵ ਜੀ ਬੈਠਾ ਗਾ। ਭਾਈ ਸੈਣ ਤੇ ਭਗਤ ਸੈਣ ਜੀ ਹੈ ਨਾ, ਤੇ ਜੇ ਹੁਣ ਰਾਜਿਆਂ ਦੇ ਪਰਿਵਾਰ ਦੀ ਗੱਲ ਕਰੀਏ, ਅੱਜ ਭਾਈ ਤੂੰ ਕਿੱਧਰ ਨੂੰ ਜਾਣਾਗਾ, ਦੇਖ ਭਗਤ ਸੈਣ ਜੀ। ਚਲੋ ਕਹਿਣ ਤੋਂ ਮੁਰਾਦ ਇਹ ਇੱਕ ਹਵਾਲਾ ਵੀ ਅੱਜ ਲਾਲੋ ਦੇ ਵਾਰਸ ਕੀ ਸੱਚਮੁੱਚ ਲਾਲੋ ਦੀ ਸਿੱਖਿਆ ਤੇ ਤੁਰ ਰਹੇ ਨੇ? ਮਾੜਾ ਜਿਹਾ ਅੰਦਰ ਹਲੂਣਾ ਮਾਰ ਕੇ ਵੇਖਣਾ, ਬਸ ਆਪਣੇ ਆਪ ਨੂੰ ਝੰਜੋੜ ਕੇ ਵੇਖਣਾ ਵੀ ਕੀ ਅਸੀਂ ਉਹ ਸਿੱਖਿਆਵਾਂ ਤੇ ਹਾਂ। ਅੱਜ ਵਿਸ਼ਵਕਰਮਾ ਤਾਂ ਚੇਤੇ ਆ, ਹਾਲਾਂਕਿ ਵਿਸ਼ਵਕਰਮਾ ਦੀ ਨਾ ਸਟੋਰੀ ਪੜ੍ਹਨੇ ਲੋਕ, ਵੈਸੇ ਬਾਣੀ ਮੰਨਦੀ ਨਹੀਂ ਵੀ ਕੋਈ ਵਿਸ਼ਵ ਦਾ ਕਰਤਾ ਹੈ। ਵਿਸ਼ਵ ਮਨੁੱਖ ਤਾਂ ਪੂਰਾ ਵਿਸ਼ਵ ਵੀ ਇਹਦਾ ਕੋਈ ਕਰਤਾ ਕੌਣ ਹੈ? ਇੱਕ ਬੰਦਾ ਨਾ, ਕੇਵਲ ਤੇ ਕੇਵਲ ਇੱਕ ਪਰਮਾਤਮਾ, ਇੱਕ ਰੱਬ ਆ, ਕਰਤਾ ਪੁਰਖ ਉਹੀ ਆ, ਉਹਦੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਤੇ ਅਸੀਂ ਮੰਨੀ ਬੈਠੇ ਆ ਸਾਰੀ ਸ੍ਰਿਸ਼ਟੀ ਉਹਨੇ ਸਾਜੀ ਆ। ਕਮਾਲ ਆ ਗਈ ਕਿ ਲੰਕਾ ਵੀ ਉਸੇ ਨੇ ਬਣਾਈ ਸੀ, ਕਮਾਲ ਦੀ ਗੱਲ ਹੈਗੀ। ਰਾਵਣ ਤਾਂ ਖੁਦ ਹੀ ਏਡਾ ਵੱਡਾ ਵਿਦਵਾਨ ਸੀ। ਨੰਬਰ 2 ਤੇ ਜੇ ਇਹਦਾ ਪਿਛੋਕੜ ਵੇਖਣਾ ਤਾਂ ਮਾਫ ਕਰਨਾ ਵੀ ਆਪਣੀ ਉਹ ਗੱਲ ਨਹੀਂ ਵੀ ਆਪਾਂ ਇਹਨੂੰ ਦਿਲ 'ਚ ਵਸਾ ਕੇ ਰੱਖਣਾ, ਤਾਂ ਇਹਦਾ ਪਿਛੋਕੜ ਬ੍ਰਾਹਮਣ ਜਾਤੀ ਨਾਲ ਜਾ ਕੇ ਮਿਲਦਾ। ਕਿੱਥੇ ਮਿਸਤਰੀ ਤੇ ਕਿੱਥੇ ਬ੍ਰਾਹਮਣ, ਕਰੋ ਗੱਲ ਫਿਰ। ਪਰ ਇਹ ਗੱਲਾਂ ਖਰੀਆਂ ਖਰੀਆਂ, ਪਰ ਜਦੋਂ ਕਰਦੇ ਆ ਨਾ ਅੱਖ ਚੱਕ ਪਾ ਕੇ ਲੱਜਤ ਫੇਰ ਆਉਂਦੀ ਆ। ਪਰ ਇੱਥੇ ਤਾਂ ਇੱਕ ਹਵਾਲਾ ਦਿੱਤਾ, ਇੱਕ ਇਸ਼ਾਰਾ ਕੀਤਾ, ਫਿਰ ਕਿਹਨੂੰ ਮੰਨੀ ਜਾਂਦੇ ਹੋ? ਕਹੀ ਜਾਂਦੇ ਸਾਡਾ ਵਿਸ਼ਵਕਰਮਾ, ਕਰੋ ਗੱਲ ਵੀ ਕਿਹੜੇ ਇਤਿਹਾਸ 'ਚ ਲਿਖਿਆ ਵੀ ਤੁਹਾਡਾ, ਕਿ ਕਿਹੜੀ ਹਿਸਟਰੀ 'ਚ ਲਿਖਿਆ ਹੈਗਾ? ਇਹ ਤਾਂ ਇੱਕ ਮਨੂਵਾਦੀ ਦੀ ਵਿਚਾਰਧਾਰਾ ਵਿੱਚੋਂ ਨਿਕਲੀਆਂ ਹੋਈਆਂ ਕਲਪਨਾਵਾਂ ਨੇ। ਇਹਨਾਂ ਤੋਂ ਆਪਾਂ ਉੱਪਰ ਉੱਠੀਏ।
ਜੇ ਆਪਾਂ ਆਪਣਾ ਆਪ ਦਾ ਹੀ ਵੇਖਣਾ ਨਾ ਤਾਂ ਜਗਤ ਰਾਮ ਦਾ ਪੁੱਤ ਜਗਤ ਰਾਮ ਤਰਖਾਣ, ਉਹਦਾ ਪੁੱਤ ਭਾਈ ਲਾਲੋ, ਲਾਲੋ ਦੇ ਅੱਗੇ ਮੁੰਡਾ ਨਹੀਂ ਕੋਈ ਹੋਇਆ ਤੇ ਉਹਦੇ ਧੀ ਹੋਈ ਹੈ ਇੱਕ ਬੀਬੀ ਰੱਜੀ ਜੀ, ਜੋ ਕਿ ਪਾਕਿਸਤਾਨ ਤਤਲਾ ਪਿੰਡ ਦੇ ਵਿੱਚ ਵਿਆਹੀ ਸੀ। ਬਾਬੇ ਨਾਨਕ ਨੇ ਆਪਣੇ ਹੱਥੀਂ ਵਿਆਹ ਕੀਤਾ ਸੀ ਇਸ ਧੀ ਦਾ। ਆਹ ਤਾਂ ਗੱਲਾਂ ਸਾਡੇ ਚੇਤੇ ਹੀ ਨਹੀਂ ਹਨ ਵੀ ਬਾਬੇ ਨਾਨਕ ਦੀ ਏਡੀ ਕਿਰਪਾ। ਕੋਈ ਨਾ ਰੱਬ ਦਾ ਪਿਆਰਾ ਸਾਡੀ ਧੀ ਦੇ ਸਿਰ ਤੇ ਹੱਥ ਰੱਖ ਕੇ ਅਸੀਸ ਦੇਵੇ, ਸਾਡੀ ਰੂਹ ਖੁਸ਼ ਹੋ ਜਾਂਦੀ ਹੈ। ਵਾਹ ਜੀ ਵਾਹ। ਆਪਾਂ ਆਨੰਦ ਕਾਰਜ ਕਰਵਾਉਣੇ ਆ ਨਾ, ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਲੈਨੇ ਆ। ਬਾਬਾ ਨਾਨਕਾ ਤੂੰ ਬਖਸ਼ਿਸ਼ ਕਰ, ਤੇ ਉਹ ਕਿੱਡੀ ਸੁਭਾਗੀ ਧੀ ਹੋਵੇਗੀ ਜਿਹਦੇ ਸਿਰ ਤੇ ਬਾਬੇ ਨਾਨਕ ਦਾ ਹੱਥ। ਸਿਰ ਤੇ ਹੱਥ ਰੱਖਣ ਤੋਂ ਬਾਬਾ ਉਹ ਬਾਬਿਆਂ ਵਰਗਾ ਨਹੀਂ ਵੀ ਇਦਾਂ ਆਸ਼ੀਰਵਾਦ ਦੇਣ ਵਾਲਾ। ਸਿਰ ਤੇ ਹੱਥ ਰੱਖਣ ਤੋਂ ਭਾਵ ਬਾਬੇ ਨਾਨਕ ਦੀ ਨਿਗਰਾਨੀ 'ਚ ਵਿਆਹ ਹੋਇਆ। ਬਾਬਾ ਨਾਨਕ ਕੱਲਾ ਪ੍ਰਚਾਰ ਕਰਨ ਵਾਲਾ ਵੀ ਨਹੀਂ ਸੀ, ਇਹ ਵੀ ਗੱਲ ਧਿਆਨ 'ਚ ਰੱਖਿਓ। ਹੁਣ ਬਾਬੇ ਨਾਨਕ ਨੇ ਸ਼ਸਤਰ ਵੀ ਚਲਾਇਆ, ਉਹ ਤੁਸੀਂ ਜਾਣਦੇ ਹੋ। ਬਾਬੇ ਨਾਨਕ ਨੇ ਭਲੇ ਦੇ ਕੰਮ ਵੀ ਕੀਤੇ ਆ, ਲੋਕਾਂ ਦੀਆਂ ਧੀਆਂ ਦੇ ਵਿਆਹ ਵੀ ਕੀਤੇ ਆ। ਤੇ ਉਹ ਆਪਾਂ ਸੁਣਿਆ ਨਾ ਸ਼ਾਮ ਵਾਲੀ ਕਲਾਸ ਦੇ ਵਿੱਚ ਵੀ ਬਾਬੇ ਨਾਨਕ ਨੇ ਮਰਦਾਨੇ ਦੀ ਧੀ ਦਾ ਵਿਆਹ ਉਹਨਾਂ ਟਾਈਮਾਂ ਦੇ ਵਿੱਚ ਰਾਜੇ ਮਹਾਰਾਜਿਆਂ ਦੀਆਂ ਧੀਆਂ ਨਾਲੋਂ ਵੱਧ ਕੇ ਵਿਆਹ ਕੀਤਾ ਸੀਗਾ, ਵੀ ਕਿਤੇ ਕੋਈ ਐ ਨਾ ਕਹਦੇ ਵੀ ਕਿਸੇ ਪਾਸੋਂ ਕਮੀ ਰਹਿ ਗਈ। ਭਾਈ ਭਗੀਰਥ ਦੀ ਡਿਊਟੀ ਲਾਈ ਸੀ, ਲਾਹੌਰ ਜਾ ਮਨ ਸੁੱਖ ਤੋਂ ਸਮਾਨ ਲੈ ਕੇ ਆ। ਉਹ ਵਪਾਰੀ ਆ ਨਾ, ਨਾਲੇ ਦੁਨੀ ਚੰਦ ਨੂੰ ਸੁਨੇਹਾ ਲਾ ਦੀ ਜਾ ਕੇ। ਤੇ ਦੁਨੀ ਚੰਦ ਮੌਕੇ ਦਾ ਕੈਬਨਿਟ ਮੰਤਰੀ ਆ, ਇਲਾਕੇ ਦਾ ਮੰਨਿਆ ਪਰਮੰਨਿਆ ਗਾ। ਤੇ ਜਿਹੜਾ ਇੱਕ ਆਮ ਡੂਮ ਪਰਿਵਾਰ ਨਾਲ ਸੰਬੰਧਿਤ, ਜਾਣੀ ਕਿ ਮਰਾਸੀ ਪਰਿਵਾਰ ਨਾਲ ਸੰਬੰਧਿਤ, ਆਪੋ ਜਾਤੀਵਾਦ ਦੇ ਚੱਕਰ 'ਚ ਨਹੀਂ, ਪਰ ਇੱਕ ਗੱਲ ਵੇਖਣੀ ਆ ਵੀ ਇੱਕ ਆਮ ਮਜ਼ਦੂਰੀ ਮਿਹਨਤ ਕਰਨ ਵਾਲਾ ਵਿਅਕਤੀ ਤੇ ਉਹਦੀ ਧੀ ਦੇ ਵਿਆਹ ਦੇ ਵਿੱਚ ਤਕੜੇ ਤਕੜੇ ਲੋਕ ਪਹੁੰਚੇ ਹੋਏ ਨੇ। ਤੇ ਜਿੱਥੇ ਤਕੜੇ ਲੋਕਾਂ ਦਾ ਆਉਣਾ ਜਾਣਾ ਹੋ ਜੇ ਤੇ ਵਿਆਹ ਮਾੜਾ ਹੋ ਭਲਾ, ਸੋਚੋ। ਇਹਨੂੰ ਸਿੱਧ, ਇਹ ਗੱਲਾਂ ਸਿੱਧ ਕਰ ਦਿੰਗਾ। ਬਾਬਾ ਨਾਨਕ ਕੱਲਾ ਇਦਾਂ ਵੀ ਨਹੀਂ ਵੀ ਉਹਦੇ ਨਾਲ ਚਰਚਾ ਕਰ ਲਈ, ਉਹਦੇ ਨਾਲ ਕਰ ਲਈ। ਬਾਬੇ ਨਾਨਕ ਨੇ ਹੱਥੀਂ ਕੰਮ ਵੀ ਕਰਕੇ ਦਿਖਾਏ ਆ ਵੀ ਗਰੀਬਾਂ ਦੀਆਂ ਧੀਆਂ ਦੇ ਡੋਲੇ ਵੀ ਭਾਈ ਤੁਸੀਂ ਇਉਂ ਤੋਰ ਸਕਦੇ ਹੋ। ਸਾਨੂੰ ਸਿੱਖਿਆ ਦਿੱਤੀ ਆ। ਅੱਜ ਮੇਰੇ ਵਰਗਾ ਦੇਖ ਕੇ ਦੋ ਖੇਸ ਦੇ ਟੋਟੇ ਨਾ ਚੌੜਾ ਹੋਇਆ ਫਿਰਦਾ, ਮੈਂ ਭਾਈ ਫਲਾਣੇ ਦਾ ਮਦਦ ਕਰਤੀ, ਮਾਫ ਕਰਨਾ, ਕਰੋ ਜ਼ਰੂਰ, ਪਰ ਕਰਕੇ ਉਹ ਵਿਖਾਓ ਜਿਹੜੀ ਬਾਬੇ ਨਾਨਕ ਨੇ ਕਰਕੇ ਵਿਖਾਈ ਆ। ਮਰਦਾਨੇ ਨੂੰ ਫਿਕਰ ਪੈ ਗਿਆ ਜੀ, ਕਹਿੰਦਾ ਪਾਤਸ਼ਾਹ ਦੋ ਪੁੱਤ ਨੇ, ਇੱਕ ਧੀ ਆ, ਧੀ ਦਾ ਵਿਆਹ ਕਰਨਾ, ਧੀ ਮੋਢਿਓਂ ਟੱਪ ਗਈ। ਫਿਕਰ ਤਾਂ ਹੁੰਦਾ ਹੀ ਆ, ਮਾਪੇ ਆ, ਜਨਮ ਦਿੱਤਾ ਆਪਾਂ ਸਾਰੀ ਪਰਿਵਾਰਾਂ ਵਾਲੇ ਆ। ਧੀ ਮੋਢਿਓਂ ਟੱਪ ਜੇ ਬਾਪੂ ਚਾਚੇ ਤਾਇਆ ਨੂੰ ਫਿਕਰ ਪੈ ਜਾਂਦੀ ਆ। ਤੇ ਪਾਤਸ਼ਾਹ ਕਹਿੰਦੇ ਫਿਕਰ ਕਰਨ ਦੀ ਲੋੜ ਨਹੀਂ, ਕੋਈ ਗੱਲ ਨਹੀਂ, ਵਾਹਿਗੁਰੂ ਤੇਰੇ ਅੰਗ ਸੰਗ ਆ, ਮਾਲਕ ਅੰਗ ਸੰਗ ਆ। ਫਿਰ ਬਾਬੇ ਨਾਨਕ ਨੇ 100 ਰਜਤ ਮਣੀ ਜਾਂ 100 ਬਹਿਲੋਲੀਆਂ ਦਿੱਤੀਆਂ ਸਾਨੂੰ, ਤੁਸੀਂ ਸਾਰਾ ਜਾਣਦੇ ਹੋਗੇ। ਆਪਾਂ ਨੂੰ ਪਤਾ ਸੁਲਤਾਨਪੁਰ ਦੀ ਧਰਤੀ ਤੇ ਵੀ ਜਾ ਭਗੀਰਥੀ ਡਿਊਟੀ ਲਾਈ ਸੀ ਵੀ ਜਾ ਸਮਾਨ ਖਰੀਦ ਕੇ ਲੈ ਕੇ ਆ, ਫਿਕਰ ਮੁਕਾਤਾ ਸੀ। ਚਲੋ ਗੁਰੂ ਪਾਤਸ਼ਾਹ ਕਿਰਪਾ ਕਰਨ। ਆਪਾਂ ਗੱਲ ਕਰਦੇ ਸੀ ਭਾਈ ਲਾਲੋ ਦੇ ਘਰ ਤੇ ਮਲਕ ਭਾਗੋ ਦੇ ਘਰ। ਪਹਿਲਾਂ ਵੀ ਪਾਤਸ਼ਾਹ ਇੱਥੇ ਗਏ ਨੇ ਤੇ ਅੱਜ ਵੀ ਇੱਥੇ ਗਏ ਨੇ। 2 ਵਾਰੀ ਦਾ ਪੜਾਗਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਝ ਲੈ ਕਾਬਲ ਹੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਗੁਰੂ ਪਾਤਸ਼ਾਹ ਨੇ ਇੱਥੇ ਬੈਠ ਕੇ ਬਾਣੀ ਦਾ ਉਚਾਰਨ ਵੀ ਕੀਤਾ। ਉਸ ਟਾਈਮ ਤੇ ਬਾਬਰ ਦਾ ਬਹੁਤ ਵੱਡਾ ਹਮਲਾ ਸੀ ਤੇ ਗੁਰੂ ਪਾਤਸ਼ਾਹ ਨੇ ਆਸਾ ਦੀ ਵਾਰ ਵਿੱਚ ਵੀ ਸ਼ਬਦ ਉਚਾਰਨ ਕੀਤੇ ਆ। ਤੇ ਏਮਨਾਬਾਦ ਦੀ ਧਰਤੀ ਤੇ ਬਾਬਰ ਚੜ ਕੇ ਗਿਆ ਨਾ ਬਾਬਰ, ਤੇ ਫਣਾ ਕਰਤੀ ਸਭ। ਤੇ ਉਸ ਟਾਈਮ ਦਾ ਨਾ ਦ੍ਰਿਸ਼ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ 'ਚ ਬਣਾਇਆ। ਇੱਕ ਜਦੋਂ ਏਮਨਾਬਾਦ ਦੇ ਲੋਕਾਂ ਨੂੰ ਪਤਾ ਲੱਗਿਆ ਵੀ ਬਾਬਰ ਚੜ ਕੇ ਆਉਂਦਾ, ਉਹਨਾਂ ਨੇ ਮੰਤਰਾਂ ਦਾ ਸਹਾਰਾ ਲਿੱਤਾ ਸੀ। ਆਪਾਂ ਸੰਖੇਪ ਜੀ ਵਿਚਾਰ ਕਰਨੀ, ਤੁਸੀਂ ਸਮਝਦੇ ਹੋ ਇਸ ਗੱਲ ਨੂੰ, ਜਾਣਦੇ ਵੀ ਹੋ, ਪੜ੍ਹਿਆ ਤੁਸੀਂ ਬਹੁਤ ਵਾਰੀ। ਮੰਤਰਾਂ ਦਾ, ਟੂਣਿਆਂ ਦਾ ਸਹਾਰਾ ਲਿੱਤਾ ਸੀ। ਉਹਨਾਂ ਨੇ ਆਪਣੇ ਵੱਲੋਂ ਪਿੰਡ ਦੇ ਆਸੇ-ਪਾਸੇ ਜਾਂ ਆਪਣੀ ਬਸਤੀ ਦੇ ਕਹਿ ਲਓ ਆਸੇ-ਪਾਸੇ ਟੂਣੇ ਟਾਮਣ ਮੰਤਰ ਪੜਨ ਵਾਲੇ ਲੋਕਾਂ ਨੂੰ ਬਹਾਤਾ। ਤੇ ਉਹਨਾਂ ਨੇ ਗਰੰਟੀ ਕੀ ਲੈਤੀ ਸੀ, ਬਾਬਰ ਆ ਰਿਹਾ ਨਾ ਚੜ ਕੇ, ਅਸੀਂ ਬਾਬਰ ਦੀ ਫੌਜ ਨੂੰ ਨਾ ਫੂਕਾ ਮਾਰ ਮਾਰੀ ਅੰਨੇ ਕਰ ਦਾਂਗੇ, ਮੰਤਰ ਪੜ ਪੜ ਇੰਨੇ ਕਰ ਦਾਂਗੇ, ਤੇ ਤੁਹਾਡੇ ਤੱਕ ਕਿਸੇ ਦੀ ਪਹੁੰਚ ਨਹੀਂ ਹੋਣੀ, ਕਿਸੇ ਦੀ ਪਹੁੰਚ ਨਹੀਂ ਹੋਣੀ ਤੁਹਾਡੇ ਤੱਕ।
पर बाबे नानक ने लिखिया, कहंदा मैं अपनी अख नाले सारा सीन वेख्या, कोई मुगल ना हुआ अंधा, किने ना परचा लाया। पातशाह कहंदे एक भी सिपाही अन्ना नहीं होया, ते सारे सिपाहियां ने सारा शहर तबाह करता सी। लाशां ही लाशां विसीआं सन। नंबर 2, ਇਹ ਲਾਸਾਂ ਵਿਸਣ ਦਾ ਕਾਰਨ ਇਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਬਾਬਾ ਨਾਨਕ ਕਹਿੰਦਾ ਰੱਬਾ ਮਾੜਾ ਮੋਟਾ ਦਰਦ, ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਵੇ ਵੀ ਕਿਉਂ, ਇਹ ਲੋਕ ਵਿਗੜ ਚੁੱਕੇ ਸੀ। ਇਹਨਾਂ ਦੀ ਜਿਹੜੀ ਕਹਾਣੀ ਆ ਨਾ, ਉਹ ਛਿੱਤਰ ਖਾਣ ਦੇ ਲਾਇਕ ਬਣ ਚੁੱਕੇ ਸੀ। ਪਰ ਫਿਰ ਵੀ ਬਾਬੇ ਨੂੰ ਤਰਸ ਆਇਆ, ਬਾਬਾ ਦਿਆਲੂ ਨੇ ਫਿਰ ਵੀ ਤਰਸ ਆਇਆ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਬਾਬਰ ਵੱਲ ਇਸ਼ਾਰਾ ਕੀਤਾ, ਤੇਰੇ ਵਾਸਤੇ ਬਹੁਤ ਘਟੀਆ ਗੱਲ ਆ, ਤੂੰ ਉਹਨਾਂ ਨੂੰ ਉਹਦਾ ਪਿਆਰ ਨਾਲ ਸਮਝਾ ਦੇ ਨਾ। ਪਿਆਰ ਦਾ ਹਥਿਆਰ ਬੰਦੇ ਕੋਲੇ ਹੈ, ਪਹਿਲਾਂ ਪਿਆਰ ਨਾਲ ਗੱਲ ਕਰਨਾ। ਤੇ ਪਰ ਬਹੁਤਿਆਂ ਦਾ ਘਾਣ ਕੀਤਾ ਗਿਆ ਤੇ ਬਹੁਤੇ ਕੈਦ ਵਿੱਚ ਬੰਦ ਕੀਤੇ ਗਏ। ਅਵਾਨ ਪਿੰਡ ਆਪਾਂ ਨੂੰ ਪਤਾ, ਰਾਵੀ ਦੇ ਕੰਢੇ ਤੇ, ਉੱਥੇ ਬਾਬਰ ਨੇ ਆਪਣੇ ਕੈਦਖਾਨੇ ਵਿੱਚ ਇਹ ਲੋਕਾਂ ਨੂੰ ਬੰਦ ਕਰ ਲਿਆ। ਉਹਨਾਂ ਲੋਕਾਂ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਇਸ ਕੈਦ ਵਿੱਚ ਚਲੇ ਗਏ। ਗੁਰੂ ਨਾਨਕ ਸਾਹਿਬ ਇਸ ਕੈਦ ਵਿੱਚ ਬੰਦ ਹੋ ਗਏ ਨਾ। ਤੇ ਹੁਣ ਚੇਤਾ ਰੱਖਿਓ, ਉਸ ਟਾਈਮ ਤੇ ਆਪਾਂ ਨੂੰ ਪਤਾ ਵੀ ਚੱਕੀਆਂ ਚਲਾਉਣ ਦਾ ਹੁਕਮ ਕੀਤਾ ਗਿਆ, ਵੀ ਜੋ ਬਾਬਰ ਦੀ ਫੌਜ ਆ ਤੇ ਫੌਜ ਵਾਸਤੇ ਆਟਾ ਤਿਆਰ ਕਰਨਾ, ਹੱਥੀਂ ਚੱਕੀਆਂ ਚੱਲਦੀਆਂ ਨੇ। ਅੱਜ ਵਰਗੀਆਂ ਅਜੋਕੇ ਵਕਤ ਵਰਗੀਆਂ ਚੱਕੀਆਂ ਦਾ ਪ੍ਰਬੰਧ ਨਹੀਂ ਹੈ, ਮਸ਼ੀਨੀ ਚੱਕੀਆਂ ਦਾ, ਹੱਥੀਂ ਚਲਾਉਣੀਆਂ ਪੈਂਦੀਆਂ ਨੇ। ਪਰ ਉਹਨਾਂ ਦੇ ਦਿਲ ਤਾਂ ਪਹਿਲਾਂ ਹੀ ਦੁਖੀ ਸੀ, ਚੱਕੀਆਂ ਚੱਲਦੀਆਂ ਨਹੀਂ ਸੀ, ਚੱਲਦੀਆਂ ਨਹੀਂ ਨਾ। ਪਰ ਜਦੋਂ ਬੰਦੇ ਦੇ ਮਨ ਤੋਂ ਕਿਸੇ ਗੱਲ ਦੀ ਕੋਈ ਨਾ ਕੋਈ ਬੋਝ ਹੋਵੇ, ਕੋਈ ਦਬਾਅ ਹੋਵੇ, ਉਦੋਂ ਬੰਦੇ ਤੋਂ ਕੰਮ ਨਹੀਂ ਹੁੰਦਾ। ਕਿਸੇ ਵੀ ਗੱਲ ਦੀ ਫਿਕਰ ਹੋਵੇ ਉਦੋਂ ਕੋਈ ਕੰਮ ਨਹੀਂ ਹੁੰਦਾ। ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ। ਇੱਕ ਤਾਂ ਬਹੁਤ ਪਰਿਵਾਰ ਮਾਰੇ ਗਏ, ਤੇ ਦੂਜਾ ਵਿਚਾਰੇ ਉਹ ਕੈਦਖਾਨੇ ਵਿੱਚ ਬੰਦ ਨੇ। ਫਿਕਰ ਪੈ ਗਈ, ਪਤਾ ਨਹੀਂ ਨਿਕਲਾਂਗੇ ਇਸ ਕੈਦਖਾਨੇ ਚੋਂ, ਪਤਾ ਨਹੀਂ ਨਾ, ਜੀ ਨਹੀਂ ਕਰਦਾਗਾ। ਪਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਮਨ ਤੋਂ ਬੋਝ ਲਾਹਿਆ। ਪਹਿਲਾਂ ਗੁਰੂ ਨਾਨਕ ਸਾਹਿਬ ਉਸ ਕੈਦਖਾਨੇ ਚ ਹੈ ਨਾ, ਬੋਝ ਕਿਵੇਂ ਲਾਹਿਆ? ਗੱਲਾਂ ਸੁਣਾ ਕੇ ਉਹਨਾਂ ਦੇ ਧਿਆਨ ਨੂੰ ਉਹ ਦੁੱਖਾਂ ਵਾਲੀ ਪੋਜੀਸ਼ਨ ਦੇ ਵਿੱਚੋਂ ਪਾਸੇ ਕੀਤਾ। ਹੁਣ ਇੱਥੇ ਇੱਕ ਛੋਟਾ ਜਿਹਾ ਪ੍ਰਸ਼ਨ ਆ, ਅੱਜ ਕਿਸੇ ਪਰਿਵਾਰ ਦਾ ਕੋਈ ਮੈਂਬਰ ਚੜ੍ਹਾਈ ਕਰ ਜੇ ਤੇ ਲੋਕ ਬੈਠਣ ਜਾਂਦੇ ਨੇ। ਅੱਜ ਤਾਂ ਬਣ ਗਈ ਰਸਮ, ਰਸਮ ਬਣ ਗਈ ਨਾ। ਪਰ ਇਹਦਾ ਮਤਲਬ ਕੀ ਆ? ਮਤਲਬ ਇਹਦਾ ਇਹ ਸੀ ਵੀ ਅਗਲੇ ਦੇ ਤਾਜੀ ਨਵੀਂ ਮੌਤ ਹੋਈ ਆ, ਦੁੱਖ ਆ ਪਰਿਵਾਰ ਨੂੰ। ਦੋ ਬੰਦੇ ਘੰਟਾ ਟਾਈਮ ਲੰਘਾਏ, ਦੋ ਹੋਰ ਘੰਟਾ ਟਾਈਮ ਲੰਘਾਏ, ਇੰਨੇ ਗੱਲ ਭੁੱਲਦੀ ਬੰਦੇ ਦੇ ਮਨ ਤੋਂ ਭੁੱਲੀ ਜਾਂਦੀ, ਲੈ ਜਾਂਦੀ ਆ। ਜਾਣੀ ਕਿ ਜਿਹਨੂੰ ਕਿਹਾ ਜਾਂਦਾ ਦੁੱਖ ਸਾਂਝਾ ਕਰਨ ਗਏ, ਤੇ ਪਰ ਅੱਜ ਕੇਵਲ ਤੇ ਕੇਵਲ ਦੁੱਖ ਸਾਂਝਾ ਕਰਨ ਨਹੀਂ ਕੋਈ ਜਾਂਦਾ। ਅੱਜ ਤਾਂ ਚੁਗਲੀਆਂ ਦੇ ਅੱਡੇ ਬਣ ਗਏ, ਮਰਿਆਂ ਦੇ 70 ਵੀ ਜੇ ਨਹੀਂ ਹੈਗੇ ਦੱਸ ਦੋ। ਚੁਗਲੀ ਤੋਂ ਬਿਨਾਂ ਉੱਥੇ ਕੋਈ ਹੋਰ ਗੱਲ ਜਾਂ ਹੋਰ ਗੱਲਾਂ ਚੱਲਦੀਆਂ ਆਮ ਲੋਕਾਂ ਦੀਆਂ। ਕੋਈ ਵੀਰ ਭੈਣ ਲੰਘੀ, ਉਹਨਾਂ ਦੀਆਂ ਗੱਲਾਂ ਚਲਾ ਲਈਆਂ। ਰਸਤੇ ਜਾਂਦਿਆਂ ਵੀ ਚੁਗਲੀਆਂ, ਬੈਠਿਆਂ ਵੀ ਚੁਗਲੀਆਂ, ਆਉਂਦਿਆਂ ਵੀ ਚੁਗਲੀਆਂ, ਜਾਂਦਿਆਂ ਵੀ। ਦੇਖੋ ਸਿਸਟਮ ਕੀ ਬਣ ਗਿਆ। ਪਰ ਗੱਲ ਕੀ ਸੀ? ਉੱਥੇ ਜਾ ਕੇ ਮਨੁੱਖ ਦੇ ਦਿਮਾਗ ਤੋਂ ਉਹ ਦੁੱਖਾਂ ਵਾਲੀ ਰੀਲ ਨੂੰ ਲਾਉਣਾ ਸੀ, ਉਹ ਦੁੱਖਾਂ ਵਾਲੀ ਹਿਸਟਰੀ ਨੂੰ ਪਾਸੇ ਕਰਨਾ ਸੀ। ਇਹ ਕਾਰਨ ਸੀਗਾ। ਹੁਣ ਬਾਬੇ ਨਾਨਕ ਨੇ ਇਹਨਾਂ ਲੋਕਾਂ ਦੇ ਦਿਮਾਗ ਤੇ ਚੜੀ ਹੋਈ ਦੁੱਖਾਂ ਵਾਲੀ ਲੀਹ ਨੂੰ ਲਾਹਿਆ, ਪਾਸੇ ਕੀਤਾ। ਫਿਰ ਐਸਾ ਹੌਲੀ ਬਾਬੇ ਨਾਨਕ ਨੇ ਸ਼ਬਦ ਉਚਾਰਨ ਕੀਤਾ, ਤੇ ਮੰਨਿਆ ਜਾਂਦਾ ਨਾ ਇਤਿਹਾਸ ਦੇ ਵਿੱਚ ਵੀ ਚੱਕੀਆਂ ਆਪੇ ਚੱਲ ਪਈਆਂ। ਅੱਜ ਗੁਰਦੁਆਰਾ ਸਾਹਿਬ ਵੀ ਬਣਿਆ ਪਿਆ ਚੱਕੀ ਸਾਹਿਬ। ਚੱਕੀਆਂ ਆਪੇ ਚੱਲੀਆਂ। ਆਪੇ ਚੱਲਣ ਤੋਂ ਭਾਵ ਜਦੋਂ ਬੰਦਾ ਅੰਦਰੋਂ ਬੇਫਿਕਰ ਹੋਵੇ, ਖੁਸ਼ ਹੋ ਜੇ, ਤਾਂ ਉਦੋਂ ਕੰਮ ਦੇ ਵਿੱਚ ਨਾ ਥਕੇਵਾਂ ਆਉਂਦਾ ਤੇ ਨਾ ਅਕੇਵਾਂ ਆਉਂਦਾ। ਕੁਦਰਤੀ ਗੱਲ ਆ। ਜਿਹੜਾ ਬੰਦਾ ਆਪਣੇ ਕੰਮ ਨੂੰ ਪਿਆਰ ਕਰਦਾ ਨਾ, ਪਿਆਰ ਵਿੱਚ ਭਿੱਜ ਕੇ ਕੰਮ ਕਰੇ, ਕੋਈ ਵੀ ਹੈ, ਮੇਰੀ ਡਿਊਟੀ ਆ ਗਈ, ਜੇ ਮੈਂ ਪਿਆਰ ਵਿੱਚ ਕਰੂੰ ਤਾਂ ਮੈਨੂੰ ਕੋਈ ਥਕੇਵਾਂ ਨਹੀਂ ਆਊਗਾ।
भावें दिल नूं भज्जिया फिरां ते भावें रात नूं भज्जिया फिरां। खेती करन वाले दा खेती नाल प्यार आ ना, वो दिने भज्जिया फिरे भावें रात नूं भज्जिया फिरे, उहनूं थकेमा नहीं आऊगा। जे मजबूरी आ फिर इंच भी नहीं हिल सकदा, जे मजबूरी है। पहला इन्हां लोकां दी मजबूरी, पर हुण बाबे नानक ने ऐसी विचार दित्ती, ऐसे शब्द सुनाए ते चक्कियां आपे चल पईआं, जानी कि थकेमा ले गया। उन्हां दा ध्यान बाबे नानक दी बाणी दे शब्द विच चला गया। सिपाहियां ने बाबर नूं शिकायत कीती भी वो तां बड़ी मौज मस्ती दे नाल सारे काम कर रहे ने, उन्हां दे विच इक रब दा प्यारा फकीर आ। ते गुरु नानक साहिब जी ने आपां नूं पता बुलाया बाबर ने, ते हुण बाबर दा एक तंबू लग्या होया गा। गुरु नानक साहिब जदों बाबर कोले पहुंचदे ने ते बाबर ने कहा, की कहा गा? कहंदा भी तेरे बारे मैं गल सुनी है भी तूं बड़ी वधिया क्वालिटी दा बंदा गा, पर मेरे वल्लों ਜਿਹੜੇ ਬੰਦੇ ਵਧੀਆ ਹੁੰਦੇ ਆ ਨਾ, ਉਹਨਾਂ ਵਾਸਤੇ ਇੱਕ ਤੋਹਫਾ ਦਿੱਤਾ ਜਾਂਦਾ। ਤੇ ਹੁਣ ਧਿਆਨ ਦਿਓ, ਗੱਲ ਸਾਡੇ ਤੇ ਵੀ ਆਊ, ਕਿਉਂਕਿ ਆਪਣਾ ਮਕਸਦ ਕੇਵਲ ਇਤਿਹਾਸ ਪੜ੍ਹ ਕੇ ਸੁਣ ਕੇ ਵਗ ਜਾਣਾ ਇਹੀ ਨਹੀਂ, ਕੁਝ ਵਿੱਚੋਂ ਸਿੱਖਿਆ ਵੀ ਲੈਣੀ ਹੁੰਦੀ ਆ। ਮੇਰੇ ਵੱਲੋਂ ਇੱਕ ਤੋਹਫਾ ਹੁੰਦਾ। ਹੁਣ ਜਦੋਂ ਗੱਲ ਆਪਾਂ ਤੋਹਫੇ ਦੀ ਕੀਤੀ ਆ ਨਾ, ਤੇ ਆਪਾਂ ਸੋਚਦੇ ਹੋਵਾਂਗੇ ਖਬ ਨਹੀਂ ਬਾਬੇ ਨਾਨਕ ਨੂੰ ਕੀ ਤੋਹਫਾ ਦਿੱਤਾ ਹੋਊ ਬਾਬੇ ਨਾਨਕ ਨੇ, ਵਾਹਿਗੁਰੂ ਬਾਬਰ ਨੇ। ਅੱਜ ਵੀ ਲੀਡਰ ਤੋਹਫੇ ਦਿੰਦੇ ਨੇ, ਇਹ ਵੀ ਬਹੁਤ ਵੱਡਾ ਲੀਡਰ ਆ ਨਾ, ਮਹਾ ਵੱਡਾ ਲੀਡਰ ਹੈਗਾ, ਮੰਤਰੀ ਆ ਬਹੁਤ ਵੱਡਾ। ਕਹਿੰਦਾ ਮੇਰੇ ਵੱਲੋਂ ਇੱਕ ਤੋਹਫਾ। ਬਾਬਾ ਨਾਨਕ ਕਹਿੰਦਾ ਵੀ ਕਿਹੜਾ ਤੋਹਫਾ? ਕੋਈ ਗੱਲ ਨਹੀਂ ਦੱਸ। ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਵੀ ਦੇਖ, ਤੇਰੇ ਬਾਰੇ ਤਾਂ ਮੈਨੂੰ ਪਤਾ ਲੱਗ ਗਿਆ ਵੀ ਤੈਨੂੰ ਤਾਂ ਨਹੀਂ ਮੈਂ ਕੁਛ ਕਹਿਣਾ, ਪਰ ਤੇਰੀ ਚੰਗਿਆਈ ਦਾ ਵੀ ਪਤਾ ਲੱਗ ਗਿਆ। ਪਰ ਮੇਰੇ ਵੱਲੋਂ ਇੱਕ ਤੋਹਫਾ ਗਾ, ਮੇਰੀ ਜ਼ਿੰਦਗੀ ਦਾ ਇੱਕ ਖਿਆਲ ਆ, ਮੇਰੀ ਜ਼ਿੰਦਗੀ ਦਾ ਇੱਕ ਸੁਪਨਾ, ਇੱਕ ਫੁਰਨਾ, ਇੱਕ ਅਨੁਭਵ ਆ। ਉਹ ਕਿਹੜਾ? ਆ ਮੇਰਾ ਤੰਬੂ ਆ, ਜਾਣੀ ਕਿ ਮੇਰਾ ਕਮਰਾ ਕਹਿ ਲੋ, ਤੰਬੂ ਕਹਿ ਲੋ, ਮੇਰੀ ਇੱਕ ਵਿਸ਼ੇਸ਼ ਥਾਂ ਜਿੱਥੇ ਆਪਾਂ ਬੈਠੇ ਆ। ਇਹ ਵਿਸ਼ੇਸ਼ ਥਾਂ ਤੇ ਨਾ ਮੇਰੇ ਕੋਲੇ ਉਹੀ ਖਾਸ ਬੰਦਾ ਆਉਂਦਾ ਜਿਹਦੇ ਨਾਲ ਮੇਰੀ ਅੰਦਰੋਂ ਤਾਰ ਜੁੜ ਜੇ। ਬਾਬਾ ਨਾਨਕ ਕਹਿੰਦਾ ਮੈਂ ਅੰਦਰੋਂ ਤਾਰ ਜੋੜਨ ਨਹੀਂ ਆਇਆ, ਮੈਂ ਤੋੜਨ ਨਹੀਂ ਆਇਆ। ਮੇਰਾ ਮਕਸਦ ਹੀ ਇਹ ਆ, ਮੇਰਾ ਮਕਸਦ ਆਗਾ। ਹੁਣ ਧਿਆਨ ਦਿਓ ਪੂਰਾ। ਕਹਿੰਦਾ ਇਹ ਜਗ੍ਹਾ ਤੇ ਮੈਂ ਉਹਨਾਂ ਨੂੰ ਬੁਲਾਉਣਾ, ਉਹ ਆਉਂਦੇ ਨੇ ਜਿਹੜੇ ਮੇਰੇ ਖਾਸ ਹੁੰਦੇ ਨੇ। ਤੂੰ ਮੇਰੇ ਇੱਕ ਖਾਸ ਭਰਾਵਾਂ ਚੋਂ ਆ। ਬਾਬਾ ਨਾਨਕ ਕਹਿੰਦਾ ਠੀਕ ਆ ਭਰਾ, ਜਿਵੇਂ ਤੈਨੂੰ ਚੰਗਾ ਲੱਗਦਾ, ਪਰ ਉਹਨਾਂ ਨੂੰ ਆਇਆਂ ਨੂੰ ਮੈਂ ਇੱਕ ਤੋਹਫਾ ਸਭ ਨੂੰ ਦਿੰਨਾ ਜਿਹੜਾ ਇੱਥੇ ਆ ਜਾਂਦਾ। ਕਿਉਂਕਿ ਮੇਰਾ ਸੁਪਨਾ, ਮੇਰੀ ਭਾਵਨਾ ਇਸ ਦੁਨੀਆ ਦੇ ਵਿੱਚ ਖਾਓ ਪੀਓ ਐਸ਼ ਕਰੋ ਮਿੱਤਰੋ, ਮੇਰੀ ਇੱਕ ਭਾਵਨਾ, ਮੇਰੀ ਇੱਕ ਭਾਵਨਾ। ਬਸ ਆਹ ਦੁਨੀਆ ਦੇ ਵਿੱਚ ਜਿੰਨੀ ਐਸ਼ ਕਰ ਲੋਗੇ ਓਨੀ ਥੋੜੀ ਆ। ਬਾਬਾ ਨਾਨਕ ਕਹਿੰਦਾ ਵੀ ਕਿਹੜੇ ਰੂਪ ਚ? ਕਹਿੰਦਾ ਵੀ ਦੇਖ, ਆ ਮੇਰੇ ਕਮਰੇ ਦੇ ਵਿੱਚ, ਤੰਬੂ ਦੇ ਵਿੱਚ ਨਾ ਸ਼ਰਾਬ ਪਈ ਆ, ਤਰ੍ਹਾਂ ਤਰ੍ਹਾਂ ਦੀ, ਤਰ੍ਹਾਂ ਤਰ੍ਹਾਂ ਦੀ ਪਈ ਆ ਨਾ। ਇਹਨੂੰ ਜਦੋਂ ਵੀ ਪੀ ਲੈਨੇ ਆ ਐਨ ਜਮਾ ਬਾਗੋ ਬਾਗ ਹੋ ਜਾਈਦਾ। ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਗਮ ਨਹੀਂ, ਕੁਛ ਨਹੀਂ, ਦਿਮਾਗ ਬਿਲਕੁਲ ਫਰੈਸ਼ ਹੋ ਜਾਂਦਾ। ਤੇ ਮੈਂ ਚਾਹੁੰਦਾ ਤੂੰ ਮੇਰੇ ਖਾਸ ਵਿਅਕਤੀਆਂ ਚੋਂ ਆ, ਤੇ ਇੱਕ ਪਿਆਲਾ ਸ਼ਰਾਬ ਦਾ ਪਹਿਲਾਂ ਪੀ, ਪਹਿਲਾਂ ਸ਼ਰਾਬ ਦਾ ਪਿਆਲਾ ਪੀ, ਫਿਰ ਗੱਲ ਕਰਾਂਗੇ। ਤੇ ਬਾਬੇ ਨਾਨਕ ਨੇ ਮਨਾ ਕਰਤਾ ਸੀ, ਮਨਾ ਕੀਤਾ ਨਾ। ਜਿੱਤ ਪੀਤਾ ਮਤ ਦੂਰ ਹੋਏ। ਤੂੰ ਕਹਿੰਦਾ ਮੇਰਾ ਦਿਮਾਗ ਸੈੱਟ ਹੋ ਜਾਂਦਾ, ਪਰ ਇਹ ਤਾਂ ਚੀਜ਼ ਹੀ ਬੜੀ ਘਟੀਆ। ਇਹ ਤਾਂ ਸ਼ਰਾਬ, ਇਹਦਾ ਨਾਮ ਪਤਾ ਕਿਉਂ ਰੱਖਿਆ ਹੈਗਾ? ਸ਼ਰਾਰਤ ਦਾ ਪਾਣੀ, ਬੰਦਾ ਪੀ ਕੇ ਸ਼ਰਾਰਤ ਕਰਦਾ। ਤੇ ਬਾਬੇ ਨਾਨਕ ਨੇ ਬਾਣੀ 'ਚ ਲਿਖਿਆ ਹੁੰਦੀ ਵੀ ਆ ਸ਼ਰਾਰਤ। ਪੈਲਸਾਂ ਦੇ ਵਿੱਚ ਦੇਖ ਲਓ ਸ਼ਰਾਰਤਾਂ ਹੀ ਚੱਲਦੀਆਂ, ਹੋਰ ਕੀ ਹੁੰਦਾ ਉੱਥੇ। ਤੇ ਹੁਣ ਬਾਬਾ ਨਾਨਕ ਕਹਿੰਦਾ ਵੀ ਦੇਖ ਭਲਿਆ, ਇਹ ਸ਼ਰਾਰਤ ਦਾ ਪਾਣੀ ਸਾਨੂੰ ਨਹੀਂ ਪਸੰਦ ਹੈ, ਇਹ ਤਾਂ ਬਹੁਤ ਘਟੀਆ ਚੀਜ਼ ਆ। ਜਿੱਤ ਪੀਤਾ ਮਤ ਦੂਰ ਹੋਏ, ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਉਹ ਬੰਦੇ ਨੂੰ ਤਾਂ ਧੱਕੇ ਮਿਲਦੇ ਆ, ਮਿਲਦੇ ਬਾਬਰ ਨੂੰ ਵੀ ਆ, ਪਰ ਉਹ ਧੱਕੇ ਕਮਰੇ 'ਚ ਮਿਲ ਜਾਂਦੇ ਨੇ, ਬਾਹਰ ਨਹੀਂ ਮਿਲਦੇ। ਪਤਾ ਨਹੀਂ ਲੱਗਦਾ ਲੋਕਾਂ ਨੂੰ। ਬਾਬੇ ਨਾਨਕ ਨੇ ਫੰਨਾਂ ਤੇ ਮਾਰੀ ਵੀ ਧੱਕੇ ਮਿਲਦੇ ਆ, ਸੱਚ ਆ, ਮਿਲਦੇ ਆ, ਕੋਈ ਸ਼ੱਕ ਨਹੀਂ ਚ। ਪਰ ਬਾਬਰ ਨੂੰ ਥੋੜੀ ਜਿਹੀ ਹੋਸ਼ ਆਈ,
होश आई। गुरु नानक पातशाह पुछदे ने चंगा फिर किन्ना टाइम तुहाडा दिमाग सैट रहिंदा? 8 घंटे 10 घंटे 10 तां लिमिट दसती ना। पर बाबा नानक कहंदा असीं ओ नशा कीता होया किहड़ा ਜਿਹੜਾ नशा कदे भी नहीं उतरदा, कदे भी। नाम दा नशा। ਜਿਹੜੀਆਂ ਨਾ ਆਪਾਂ ਉਹ ਇੱਕ ਗੱਲ ਧਿਆਨ ਚ ਰੱਖੋ, ਮੈਂ ਜਿਹੜੀ ਲਫ਼ਜ਼ ਇੱਥੇ ਬੋਲਾਂਗਾ ਨਾ ਉਹ ਆਮ ਲਫ਼ਜ਼ ਨੇ ਕਿਸੇ ਵਿਅਕਤੀ ਵੱਲੋਂ ਲਿਖੇ ਹੋਏ। ਤੇ ਕਈ ਵਾਰ ਜਿੱਥੇ ਨਾਨਕ ਨਾਮ ਆ ਜਾਂਦਾ ਨਾ ਤੇ ਉੱਥੇ ਅਸੀਂ ਮੰਨ ਲੈਂਦੇ ਆ ਵੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਆ। नहीं, वो वचन किहड़े ने? नाम खुमारी नानका चढ़ी रहे दिन रात। असीं तां नाम दी खुमारी विच आ, नाम दा नशा कीता होया। असीं तां सच दा अमल करदे आ। बाबर नूं जाग आ गई। बाबर कहंदा तेरे वर्गे भले मानसां नूं मैं ਇੱਥੇ ਰੱਖਣਾ ਨਹੀਂ ਚਾਹੁੰਦਾ, ਤੁਸੀਂ ਆਜ਼ਾਦ ਹੋ ਜਾਓ, ਤੁਹਾਨੂੰ ਮੈਂ ਰਿਹਾ ਕਰਨਾ ਚਾਹੁੰਦਾ। ਤੇ ਬਾਬੇ ਨਾਨਕ ਨੇ ਕੰਡੀਸ਼ਨ ਕੀ ਰੱਖੀ ਸੀ? ਮੈਂ ਇਕੱਲੇ ਨੇ ਨਹੀਂ ਜਾਣਾ, ਤੇ ਜਿਨ੍ਹਾਂ ਨੂੰ ਪਕੜਿਆ ਜਿਨ੍ਹਾਂ ਨੂੰ ਫੜਿਆ ਵਾ ਤੇਰੀ ਕੈਦ 'ਚ ਨੇ ਸਾਰਿਆਂ ਨੂੰ ਲੈ ਕੇ ਜਾਣਾ। ਤਾਈਓ ਬਾਬੇ ਨਾਨਕ ਨੂੰ ਵੀ ਬੰਦੀ ਛੋੜ ਨਾਨਕ ਕਿਹਾ ਜਾਂਦਾ। ਉਹ ਆਪਾਂ ਸਾਰੀ ਗੱਲ ਪਹਿਲਾਂ ਮੇਰੇ ਖਿਆਲ ਮੁਤਾਬਕ ਸੁਣੀ ਹੋਈ ਆ ਵੀ ਬੰਦੀ ਛੋੜ ਨਾਨਕ ਤਾਈਓ ਕਿਹਾ ਜਾਂਦਾ। ਬਾਬੇ ਨਾਨਕ ਨੂੰ ਸਾਰੇ ਕੈਦੀਆਂ ਸਮੇਤ ਇਸ ਅਵਾਨ ਪਿੰਡ ਦੀ कैदखाने विचों रिहा कीता सी। हुण गल आ गई अपने ते। हुण गुरु नानक साहब नूं भला की पेश कीता सी? शराब दा प्याला। हुण शराब दा प्याला बाबे नानक ने मना करता, कहंदा मैनूं नहीं चाहीदा। हुण इत्थों आपां थोड़ा जिहा ना इदां बनाओ अपने दिमाग विच नक्शा भी जिस घर दे विच आए हुए मेहमान वास्ते शराब पेश की जाती होवे, उस घर दे विच बाबर दा पहरा। ये पाई निगाह मार के देखो, खुशी नूं कहा करो असीं नानक दे सिख हां। ये हक नहीं बनदा गा। नानक दे सिख दे घर शराब दा प्याला नहीं पेश किया जाता। इत्थे नाम दा प्याला पेश किया जाता भी नाम रस प्राप्त कर। रस अमृत नाम रस आ रस इत्थे दिता जांदा आए होया नूं। हुण आपां कित्थे बैठे हां भला? नानक दे घरे। इत्थे की मिलदा? नाम दा रस, ज्ञान ही मिलदा ना। इत्थे शराब दा नशा तां मिलदा ही नहीं गा। अच्छा, जिन्हां ने अपने दिमाग विच इस गल नूं बहा लिया, फिट कर लिया भी असीं नानक दे सिख हां, उस घर दे विच शराब नहीं कदे भी चलदी, कदे भी। वाहिगुरू भला करे असीं गुरु नानक पातशाह दे सिख ही बने रहिए, बाबर दे सिख ना बणीए। ते बाबर ने बाबे नानक नूं शराब पेश कीती आ क्योंकि मेहमान दे रूप च आ। ते साडे घर विच कोई मेहमान आउंदा असीं भी नशा किसे नूं ना देईए। वकायदा ब्याहां दे मौके भी चलो कोशिश हुंदी आ तां कीती जावे जिथे अपना जोर आ। जिथे तो आपां अलग ते गए हैं ना, वो अलग चीज़ है। उत्थे अपना जोर कोई नहीं, रिश्तेदार आ कोई अग्गा पिछा गा। जिथे अपना जोर आ, जिथे रोल प्यो वाला उत्थे शिक्का चलू, जिथे रोल ताए चाचे वाला उत्थे जोर चलू, जिथे जोर दादे वाला उत्थे चलू। हिम्मत नहीं है किसी दी भी इदां दा कोई नशा लेके आजू। ठीक है ना। रब दे प्यारिਆਂ ਦੇ ਕਾਰਣ कदे पढ़ के वेख्या करो, बकायदा लिखिया हुंदा इत्थे कोई नशा करके ना आवे भावें प्राहुणा होवे। इहनूं कहंदे आ बाबे नानक दा घर। वाहिगुरू भला करे। सतगुरु पातशाह ने सानूं बड़ा सोहना संधान दिता भी नानक दे सिखां दे घर विच शराबां दे कदे प्याले नहीं चलदे, ये बाबर दे घरे चलदे ने। शायद बाबर नूं भी होश आ गई सी। बाबर कहंदा नज़ारे बड़े ने। बाबर कहंदा जोश चढ़दा ये पी के। ते गुरु नानक साहब ने कहा सी होश विच आया कर, कल्ला जोश होश तो बिना किसे कम दा नहीं है। शराबां पी के जोश तां चढ़दा होऊगा पर जोश होश तो बिना किसे कम दा नहीं है। होश बाबे नानक दी बाणी दिंदी आ, जोश दुनियावी नशे दिंदे ने। जोश होश तो बिना किसे कम दा नहीं है। वाहिगुरू भला करे। फिर सतगुरु गुरु नानक पातशाह जी ਏਮਣਾਬਾਦ जानी कि सैदपुर की धरती तो अगे चाले पाउंदे ने। इत्थे गुरु नानक पातशाह ने काफ़ी बाणी का उचारण किया।
जैसी मैं वह खसम की वाणी तैसड़ा करी, ज्ञान वे लालो पाप की जंज लै काबलों धाया, जोरी मंगै दान वे लालो। इथों बाद पातशाह जी फिर आउंदे आउंदे बटाले की धरती ते आए ने। ये बटाला वो आ जिथे गुरु नानक साहब दे सहुरे ने ते अपने सहुरे पिंड भी बाबे नानक ने पड़ा किया। इत्थे शिवरात्रि का दिन मनाया जा रहा है। आपां संखेप जब अख लवांगे तुसीं सौखे ही समझ जाओगे। भाई गुरदास ने बड़ी सोहनी विचार दिती है, मेला सुन शिवरात दा। ते शिवरात भाव कौन हैगा? शिव तो भाव शिव जी, रात तो भाव रात। रात नूं शिव जी दा शिवरात्रि दा मेला की हुंदा गा? शिव जी दा ते पार्वती दा बनौटी विआह कीता जांदा। दुनिया दे विच ना मेरे ख्याल मुताबक, चलो तुहाडा ख्याल तुहाडे नाल संबंधित होवेगा, भी सियाणिਆਂ दा सियाणे परिवारां दा जिंदगी च आपां आम ही मंनदे आ इक्को ही विआह हुंदा। चलो कोई गड़बड़ हो गई, कोई किते मौत का कारण बन गया, उत्थे डबल हो जाता, वो भी असली का रूप ही हुंदा। असली विआह एक जां दो, मान लो कोई पति पत्नी चढ़ाई कर गया, उत्थे सानूं वाहिगुरू ने दस्सिया भी उत्थे बंदा विआह होर करवा सकदा, भैण भी करवा सकदी है, जिथे लोड़ आ। लोड़ तो अगे नहीं, जिथे लोड़ आ। चलो पर दुनिया दे विच बनौटी विआह किते नहीं हुंदे। शायद अज ये सिस्टम बहुते थावां ते फुकरे लोकां चल पिया, फुकरे कह सकते हैं, होछे। बनौटी विआह किते भी नहीं कीता जांदा। पर कमाल दी गल आ, इत्थे तां जिन्हां नूं लोक भगवान कहंदे आ, उन्हां दे बनौटी विआह कीते जांदे ने। ते ओह शिवरात दा मेला। अच्छा, ये शिवरात्रि दे मेले च जोगी बड़े पहुंचदे ने, जोगी लोक सिद्ध लोक बड़े पहुंचे ने। चलो आपां अपनी भाषा च गल करिए, बाबा नानक कहंदा मर्दानिया चलदे चलदे चल इत्थों दी भी आपां लंघ ही चल गए। ते गुरु साहब जदों पहुंच गए ते सारे जोगियां नूं ते सारे सिद्धां नूं तां फेर भाद ही बन गई। सुनिया सी ना, क्योंकि इदों पहलां नानक मत्ते गोष्ठी हुई आ सिद्धां नाल, ते दूजी गोष्ठी चर्चा सुमेर पर्बत ते तीजी अचल बटाले। ते इस अचल बटाले दी धरती ते बाबा नानक जदों पहुंचिया ना, इन्हां नूं फेर भादी बन गई। कुदरती गल आ, जदों सच की बाणी नानक आखै सच सुनाए सी सच की बेला। जिहड़ा बंदा सच दी गल करदा, सच दी बाणी पढ़दा, उहनूं वेख के आम बंदियां दे मन घबराहट विच आ जांदे आ, इउं कह लो बुखलाहट विच आ जांदे आ। ये सारी बुखलाहट विच आ गई भी अज की करांगे, ये तां फेर आ गया। पर इत्थे भी लोड़ आ काफ़ी सुधार करना। इत्थे भी हुण इह शिव जी दे उपासक बड़े लोक ने, जोगी जंगम जिहड़े पहुंचदे नेगे। ते एक गल होर ध्यान च रखियो छोटी जी, जे कोई शिव जी दा पुजारी है तां छड्ड दो खैड़ा। बाबे नानक ने सानूं हुणी अज दे इतिहास विच दसता भी नानक दे सिखां दे घरे शराबां नहीं चलदियां, नशे नहीं चलदे, इत्थे अमृतमई बाणी चलदी हुंदी आ। जिहड़ा शिव आ ना, इहदे गल विच एक सप पाया हुंदा है ना, ते वाहिगुरू तुहानूं पता हो मेरे ख्याल मुताबक भी सप शिव जी दे गल च क्यों पाया हुंदा, इहदा मतलब की आ। ये नहीं है भी वो सप तो डरदा नहीं, ये मतलब नहीं लेना भी उहदा कोई शौकिया तौर ते सप रखिया होया। कुदरती निजम आ, लोकां दी आवाज भी आ भी सप कदे किसे दे मित्र नहीं बनदे, वो अपना डंग चलाई जांदे हुंदे ने। पर इहदे गल च पाया होया, होर किसे दे आपां गल च सप नहीं देखिया। ते कुदरती गल आ, इहदियां फोटोआं ते जां इहदे हिस्ट्री विचों जदों पढ़दे आ, इहदे गल विच सप दी गल आउंदी आ। क्यों? एक प्रश्न बन गया ना भी क्यों? इथों सिद्ध हो गया भी शिव आ ना, जिहड़ा शिव ये अत दा नशई सी, अत दा अयाशी, अत दा नशई। जिहड़ा बंदा हद तो परे नशे करन लग जे ना, ਉਹਨੂੰ कोई नशे माड़े मोटे नशे नशा करनों हट जाते हैं।
ਆਪਾਂ ਆਮ ਹੀ ਅੱਜ ਦੀਆਂ ਪਿੰਡਾਂ ਦੇ ਵਿੱਚ ਵੇਖ ਸਕਦੇ ਹਾਂ ਗੱਲ, ਜਿਹੜਾ ਬੰਦਾ ਜ਼ਿਆਦਾ ਨਸ਼ੇ ਕਰਨ ਲੱਗ ਜੇ। ਫਿਰ ਅੱਜ ਵੀ ਆਪਾਂ ਵੇਖਦੇ ਹਾਂ ਵੀ ਬਹੁਤੇ ਉਹ ਨੌਜਵਾਨ ਨੇ ਜਿਨ੍ਹਾਂ ਨੂੰ ਕੋਈ ਗੋਲੀ ਗੱਟਾ, ਕੋਈ ਆਮ ਨਸ਼ਾ ਨਹੀਂ ਕਰਦਾ, ਉਹਨਾਂ ਨੂੰ ਕਿੱਲੀਆਂ ਦੀਆਂ ਪੂਸਾਂ ਖਾਣੀਆਂ ਜਾਂ ਪੀਣੀਆਂ ਪੈਂਦੀਆਂ ਨੇ ਨਸ਼ਾ ਲੈਣ ਵਾਸਤੇ। ਆ ਪਿੱਛੇ ਤਾਂ ਇਹ ਵੀ ਖਬਰ ਆਈ ਸੀ, ਸੱਪ ਦੀ ਸਾਡੇ ਇੰਡੀਆ 'ਚ ਕਹਿ ਲਓ ਜਾਂ ਪੰਜਾਬ 'ਚ ਕਹਿ ਲਓ, ਸੱਪ ਦੀ ਜ਼ਹਿਰ ਵਿਕਣ ਲੱਗ ਗਈ। ਸੱਪ ਦੀ ਜ਼ਹਿਰ ਕੀ ਕਰਦੇ ਆ ਲੋਕ? ਉਹਦਾ ਸੱਪ ਦੀ ਜ਼ਹਿਰ ਨਾ, ਜਿਵੇਂ ਫੀਮ ਲੋਕਾਂ ਕੋਲੇ ਡੱਬੀਆਂ 'ਚ ਪਾਈ ਹੁੰਦੀ ਹੈ, ਇਦਾਂ ਡੱਬੀਆਂ 'ਚ ਪਾ ਕੇ ਬੰਦ ਕਰਕੇ ਵਿਕਦੀ ਆ। ਪਤਾ ਹੀ ਨਹੀਂ ਕਿੰਨੀ ਕੁ ਮਹਿੰਗੀ। ਉਹ ਸੂਈ ਦੇ ਨਖਾਰੇ ਤੇ ਲਾ ਕੇ ਸੱਪ ਦੀ ਜ਼ਹਿਰ ਜੀਭ ਤੇ ਲਾ ਕੇ ਲੋਕ ਚੱਟਦੇ ਆ, ਜਿਹੜੇ ਅੱਤ ਦੇ ਨਸ਼ਈ ਹੋ ਜਾਂਦੇ ਆ। ਤੇ ਸ਼ਿਵ ਜੀ ਉਹ ਆ ਜਿਹੜਾ ਇੰਨੇ ਕੁ ਨਸ਼ੇ ਕਰਦਾ ਸੀ ਵੀ ਇਹਨੂੰ ਨਸ਼ਾ ਕਰਨ ਨੂੰ ਹਟ ਗਿਆ। ਅਖੀਰ ਨਸ਼ਾ ਪੂਰਤੀ ਕਰਨ ਦੇ ਲਈ ਇਹਨੂੰ ਸੱਪ ਤੋਂ ਡੰਗ ਮਰਵਾਉਣਾ ਪੈਂਦਾ ਸੀ ਆਪਦੇ, ਫੇਰ ਇਹਨੂੰ ਨਸ਼ਾ ਚੜਦਾ ਸੀ। ਤੇ ਸਾਡੇ ਲੋਕ ਕਹਿੰਦੇ ਜੈ ਭੋਲੇਨਾਥ ਦੀ ਕਮਾਲ ਆ। ਲੈ ਕਿਹੜਾ ਭੋਲਾਨਾਥ ਹੈ, ਕਿਹੜਾ ਬਾਬਾ, ਕਿਹੜਾ ਪੀਰ ਹੈਗਾ? ਬਸ ਪਿੱਛੇ ਮੁੜਿਆ ਉਹ ਜੇ ਅਸੀਂ ਉਧਰ ਨੂੰ। ਵੈਸੇ ਤੁਸੀਂ ਤਾਂ ਸਾਰੇ ਸਿਆਣੇ ਬੈਠੇ ਹੋ, ਪਰ ਜੇ ਆਪਾਂ ਅੱਗੇ ਪਿੱਛੇ ਕੋਈ ਹੈਗਾ ਆਪਣੇ ਪਰਿਵਾਰ ਚ, ਕੋਈ ਰਿਸ਼ਤੇਦਾਰੀ ਚ, ਮੋੜ ਲਓ ਪਿੱਛੇ। ਨਹੀਂ ਭਾਈ, ਬਾਬੇ ਨਾਨਕ ਕੋਲੇ ਆ ਜਾਓ, ਬਹੁਤ ਵਧੀਆ ਬਾਬੇ। ਉਹਨਾਂ ਦਾ ਨਾਚ ਵੇਖ ਕੇ ਨਾ, ਡੱਬੇ ਦੇ ਵਿੱਚ ਪੈਸੇ ਪਾ ਦੋ ਤੇ ਉਹ ਡੱਬਾ ਆਪਣੇ ਨੱਚਣ ਵਾਲਿਆਂ ਦਾ ਵਿੱਚ ਰੱਖਿਆ ਹੋਇਆ ਹੈਗਾ। ਪਰ ਨੱਚਣ ਵਾਲਿਆਂ ਵੱਲੋਂ ਕੱਚੀਆਂ ਥਾਵਾਂ ਨੇ, ਧੂੜ ਬਹੁਤ ਉੱਡ ਰਹੀ ਆ। ਸਿੱਧਾ ਨੇ ਇੱਕ ਚਲਾਕੀ ਖੇਡੀ, ਕਹਿੰਦੇ ਅੱਜ ਆਪਾਂ ਇਹਨੂੰ ਹਰਾ ਕੇ ਤੋਰਨਾ, ਇੱਥੋਂ ਦੁਬਾਰੇ ਆ ਗਿਆ ਨਾ, ਅੱਜ ਨਹੀਂ ਸੁੱਕਾ ਲੰਘਣ ਦੇਣਾ, ਹਰਾ ਕੇ ਤੋਰਨਾ ਇਹਨੂੰ। ਪਰ ਵਾਹਿਗੁਰੂ ਭਲਾ ਕਰੇ, ਬਾਬਾ ਨਾਨਕ ਪਿੱਛੇ ਸਮੇਰ ਪਰਬਤ ਤੇ ਗਿਆ ਸੀ ਨਾ, ਉੱਥੇ ਸਿੱਧਾ ਵੱਲੋਂ ਬੋਲਿਆ ਗਿਆ ਸੀ। ਕੀ ਕਿਹਾ ਸੀਗਾ? ਜਿਹੜੇ ਸਿਆਣੇ ਸੀ, ਧੰਨ ਨਾਨਕ, ਭਾਈ ਗੁਰਦਾਸ ਨੇ ਲਿਖਿਆ ਹੈਗਾ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਨੇ ਵੀ ਗੱਲ ਕਹਿਤੀ ਸੀ, ਬਾਬਾ ਨਾਨਕਾ ਅਸੀਂ ਜਟਾਂ ਤਾਂ ਬਥੇਰੀਆਂ ਵੱਡੀਆਂ ਵੱਡੀਆਂ ਕਰ ਲਈਆਂ, ਬਾਬਾ ਨਾਨਕਾ ਅਸੀਂ ਪੱਗਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਬੰਨ ਲਈਆਂ, ਬਾਬਾ ਨਾਨਕਾ ਅਸੀਂ ਆਪਣੀਆਂ ਉਮਰਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਕਰ ਲਈਆਂ। ਪਰ ਚੇਤਾ ਰੱਖੀ, ਨਾ ਤਾਂ ਉਮਰਾਂ ਵੱਡੀਆਂ ਕਰਕੇ, ਨਾ ਜਟਾਂ ਵੱਡੀਆਂ ਕਰਕੇ, ਨਾ ਪੱਗਾਂ ਚੋਲੇ ਵੱਡੀਆਂ ਕਰਕੇ ਅਕਲ ਵੱਡੀ ਨਹੀਂ ਹੋਈ। ਅਕਲ ਨਹੀਂ ਵੱਡੀ ਹੋਈ, ਜਟਾਂ ਵੱਡੀਆਂ ਹੋ ਗਈਆਂ। ਤੇ ਅੱਜ ਸਾਡਾ ਤਾਂ ਧਿਆਨ ਵੀ ਨਾ ਬਾਬੇ ਦੇ ਦਾ ਚੋਲਿਆਂ ਦੇ ਖੜਾ, ਜਾਂ ਪੱਗਾਂ ਤੇ ਜਾਂ ਜਟਾਂ ਦੇ ਖੜਾ। ਬਾਬੇ ਦੀਆਂ ਜਟਾਂ ਬਾਲੀਆਂ ਹੀ ਵੱਡੀਆਂ ਵੱਡੀਆਂ, ਬਹੁਤਿਆਂ ਤੇ ਨਾ ਭਾਈ ਸਿਰ ਤੇ ਊਂ ਰੱਖੀਆਂ ਹੁੰਦੀਆਂ, ਧਿਆਨ ਮਾਰ ਕੇ ਦੇਖਿਓ ਕਦੇ, ਊਂ ਧਰੀਆਂ ਹੀ ਹੁੰਦੀਆਂ, ਇਹ ਮੁੱਲ ਮਿਲ ਜਾਂਦੀਆਂ ਨੇ। ਐਵੇਂ ਨਾ ਭੁਲੇਖੇ 'ਚ ਪਿਆ ਕਰੋ। ਸੋ ਵਾਹਿਗੁਰੂ ਭਲਾ ਕਰੇ। ਉਹਨਾਂ ਨੇ ਕਹਿਤਾ ਅਸੀਂ ਆਪਣੇ ਜੀਵਨ ਦੇ ਵਿੱਚ ਆਹ ਕੁਛ ਤਾਂ ਵੱਡਾ ਕਰ ਲਿਆ, ਪਰ ਆਪਣੀ ਕਮਾਈ ਵੱਡੀ ਨਹੀਂ ਕਰ ਸਕੇ। ਬਾਬਾ ਨਾਨਕਾ ਤੇਰੀ ਕਮਾਈ ਵੱਡੀ ਆ, ਨਾ ਤਾਂ ਤੇਰੇ ਕੱਪੜੇ ਵੱਡੇ ਨੇ, ਨਾ ਤੇਰੀ ਦਸਤਾਰ ਵੱਡੀ ਆ, ਨਾ ਤੇਰੇ ਕੇਸ ਵੱਡੇ ਨੇ। ਜੇ ਵੱਡੀ ਆ ਤਾਂ ਤੇਰੀ ਕਮਾਈ ਵੱਡੀ ਆ। ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਵੱਡੀ ਕਮਾਈ ਵਾਲਾ ਬਾਬਾ ਨਾਨਕ ਅੱਜ ਇੱਥੇ ਬੈਠਾ। ਵੱਡੀ ਕਿਉਂ ਆ? ਹੁਣ ਦੇਖੋ ਬਾਬੇ ਨਾਨਕ ਦਾ ਧਿਆਨ। ਇਹਨਾਂ ਸਿੱਧਾਂ ਨੇ ਭਾਂਡਾ ਚੱਕਿਆ ਪੈਸਿਆਂ ਵਾਲਾ, ਲੁਕੋਤਾ। ਕਹਿੰਦੇ ਅੱਜ ਨਹੀਂ ਆਪਾਂ ਲੰਘਣ ਦੇਣਾ ਇੱਥੋਂ। ਇਹ ਬਹੁਤੀ ਲੰਮੀ ਵਿਚਾਰ ਨਹੀਂ, ਸੰਖੇਪ ਵਿਚਾਰ ਆ।
ਅੱਜ ਨਹੀਂ ਲੰਘਣ ਦੇਣਾ। ਤੇ ਅੱਜ ਬਾਬੇ ਨਾਨਕ ਨੂੰ ਨਾ ਜਦੋਂ ਨਾਚ ਬੰਦ ਹੋ ਗਿਆ, ਇਹਨਾਂ ਸਿੱਧਾਂ ਨੇ ਜੋਗੀਆਂ ਨੇ ਰਲ ਕੇ ਸਵਾਲ ਕੀਤਾ, ਕਿਉਂਕਿ ਇਹਨਾਂ ਨੇ ਭਾਂਡਾ ਲਕੋਇਆ ਨਾ, ਤੇ ਉਹ ਨੱਚਣ ਵਾਲੀ ਟੀਮ ਜਦੋਂ ਹਟ ਗਈ ਨੱਚਣੋਂ, ਉਹਨਾਂ ਦੇ ਭਾਅ ਦੀ ਬਣ ਗਈ ਵੀ ਸਾਡਾ ਭਾਂਡਾ ਕਿੱਧਰ ਗਿਆ ਪੈਸਿਆਂ ਵਾਲਾ। ਭਾਅ ਦੀ ਬਣ ਗਈ ਨਾ, ਦੱਸੋ ਭਾਈ ਕਿੱਥੇ ਆ। ਹੁਣ ਸਿੱਧਾਂ ਨੇ ਸਕੀਮ ਘੜੀ ਸੀ, ਆਪਾਂ ਉਹ ਭਾਂਡਾ ਲਕੋ ਦੋ ਆਪਣੇ ਹੱਥੀਂ, ਤੇ ਮੁੜ ਕੇ ਆਪਾਂ ਸਵਾਲ ਕਰਾਂਗੇ ਵੀ ਜੇ ਤੂੰ ਬਾਹਲਾ ਵੱਡਾ ਕਹਾਉਣਾ, ਪਹਿਲਾਂ ਤੂੰ ਨਾਨਕ ਮੱਤੇ ਗਿਆ, ਫਿਰ ਸਮੇਰ ਪਰਬਤ ਗਿਆ, ਅੱਜ ਤੂੰ ਇੱਥੇ ਆ ਗਿਆ, ਪੂਰੀ ਦੁਨੀਆ ਵਿੱਚ ਤੇਰਾ ਨਾਂ ਚੱਲਦਾ, ਜੇ ਤਾਂ ਇਹਨਾਂ ਦਾ ਪੈਸਿਆਂ ਵਾਲਾ ਭਾਂਡਾ ਭਾਲਤਾ ਤੈਂ ਤਾਂ ਤੂੰ ਜਿੱਤ ਗਿਆ, ਜੇ ਭਾਲਤਾ ਅਸੀਂ ਤੇ ਫਿਰ ਅਸੀਂ ਜਿੱਤ ਗਏ। ਚਲਾਕੀ ਖੇਡੀ ਆ, ਚਲਾਕੀ ਖੇਡੀ ਆ ਨਾ। ਹੁਣ ਬਾਬਾ ਨਾਨਕ ਵਾਹਿਗੁਰੂ ਭਲਾ ਕਰੇ, ਕਦੇ ਦੂਰ ਅੰਦੇਸੀ ਨਾਲ ਦੇਖੋ। ਧੰਨਾ ਬਾਬਾ ਨਾਨਕਾ, ਤੇਰੀ ਸੋਚ ਨੂੰ ਸਿਜਦਾ, ਤੇਰੀ ਸੋਚ ਨੂੰ ਸਲਾਮ ਆ, ਤੇਰੀ ਨਿਗਾਹ ਨੂੰ ਵੀ ਸਲਾਮ ਆ। ਤੇਰੀ ਨਿਗਾਹ ਕਿੰਨੀ ਤੇਜ਼ ਆ, ਕਿੰਨੀ ਤੇਜ਼ ਨਿਗਾਹ ਨਾ। ਹੁਣ ਬਾਬੇ ਨਾਨਕ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਧੂੜ ਦੇ ਵਿੱਚੋਂ ਭਾਂਡਾ ਲਕੋਤਾ। ਸ਼ਰਾਰਤ ਕਰਨਗੇ, ਸਮਝ ਗਏ ਨਾ, ਸ਼ਰਾਰਤ ਕਰਨਗੇ। ਬਾਬੇ ਨਾਨਕ ਨੇ ਮਰਦਾਨੇ ਨੂੰ ਭੇਜਤਾ ਵੀ ਦੇਖ ਕਿੱਥੇ ਜੇ ਰੱਖਣਗੇ ਜਾ ਕੇ। ਉਹਨਾਂ ਨੇ ਆਪਣਾ ਭਾਂਡਾ ਰੱਖ ਕੇ ਮੁੜਿਆ ਏ, ਤੇ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਕਹਿੰਦਾ ਤੂੰ ਉਹਨੂੰ ਚੱਕ ਕੇ ਉਸ ਥਾਂ ਤੋਂ ਅੱਗੇ ਹੋਰ ਧਰੇਂ ਕਿਤੇ। ਮਰਦਾਨੇ ਨੇ ਕਹਾ ਹੋਰ ਧਰਤਾ। ਹੁਣ ਇਹ ਹੰਕਾਰ ਦੇ ਵਿੱਚ ਆਫਰ ਗਏ ਵੀ ਅੱਜ ਤਾਂ ਆਪਾਂ ਜਿੱਤਾਂਗੇ, ਇਹਨੂੰ ਇੱਥੇ ਨਾ ਨੀਵਾਂ ਕਰਕੇ ਤੋਰਾਂਗੇ, ਇਹਦੀ ਧੌਣ ਨੀਵੀਂ ਕਰਕੇ ਭੇਜਾਂਗੇ। ਮਨ ਚ ਭਾਵਨਾ ਆ ਗਈ। ਹੁਣ ਸਾਰੇ ਬਹਿ ਗਏ, ਉਹ ਭਾਅ ਦੀ ਬਣ ਗਈ ਜਿਨ੍ਹਾਂ ਦਾ ਭਾਂਡਾ ਪੈਸੇ ਵਾਲਾ ਚੱਕਿਆ ਗਿਆ। ਕਹਿੰਦੇ ਕੋਈ ਗੱਲ ਨਹੀਂ, ਆਪਾਂ ਹੱਲ ਕਰਦੇ ਆਂ। ਸਿੱਧ ਕਹਿੰਦੇ, ਜੋਗੀ ਕਹਿੰਦੇ ਬਾਬਾ ਨਾਨਕਾ, ਆਪਾਂ ਨਾ ਸਮੇਰ ਪਰਬਤ ਤੇ ਕੱਲੀ ਸੀ, ਆਪਾਂ ਨਾਨਕ ਮੱਤੇ ਕੱਲੀ ਸੀ, ਤੇ ਅੱਜ ਆਪਣੇ ਚ ਤੀਜੀ ਧਿਰ ਇੱਕ ਹੋਰ ਬੈਠੀ ਆ। ਉਹ ਤੀਜੀ ਧਿਰ ਕਿਹੜੀ ਆ? ਉਹ ਤੀਜੀ ਧਿਰ ਆ ਗਈ ਲੋਕ। ਅੱਜ ਲੋਕਾਂ ਦੇ ਸਾਹਮਣੇ ਜਿੱਤ ਤੇ ਹਾਰ ਦਾ ਫੈਸਲਾ ਪੱਕਾ। ਬਸ ਅੱਜ ਤੋਂ ਬਾਅਦ ਜਿੱਤ ਹਾਰ ਦਾ ਫੈਸਲਾ ਪੱਕਾ। ਗੁਰੂ ਨਾਨਕ ਸਾਹਿਬ ਕਹਿੰਦੇ ਦੱਸੋ ਭਾਈ। ਹੁਣ ਗੁਰੂ ਸਾਹਿਬ ਜੀ ਤਾਂ ਪਹਿਲੀ ਆਪਣੇ ਵੱਲ ਲੋਕਾਂ ਨੂੰ ਖਿੱਚੀ ਬੈਠੇ ਨੇ। ਜਦੋਂ ਅਚਲ ਬਟਾਲੀ ਧਰਤੀ ਤੇ ਗਏ ਨੇ, ਬਹੁ ਗਿਣਤੀ ਦੇ ਉਹ ਲੋਕ ਨੇ ਜਿਹੜੇ ਬਾਬੇ ਨਾਨਕ ਵਾਲੇ ਪਾਸੇ ਆ ਕੇ ਬੈਠ ਗਏ। ਬਹੁ ਗਿਣਤੀ ਹੈ ਨਾ, ਕਿਉਂਕਿ ਜਾਣਦੇ ਸੀ ਬਾਬੇ ਨਾਨਕ ਦਾ ਸੁਭਾਅ ਬੜਾ ਵਧੀਆ, ਬੜੇ ਚੰਗੇ ਚੰਗੇ ਕੰਮ ਕਰਦਾ, ਬੜੀ ਵਧੀਆ ਵਿਚਾਰਧਾਰਾ। ਬਾਬੇ ਨਾਨਕ ਨਾਲ ਆ ਕੇ ਜੁੜ ਗਏ, ਬੈਠ ਗਏ, ਇਹਨਾਂ ਦੇ ਕਲੇਜੇ ਮੱਚੇ ਪਏ ਨੇ। ਤੇ ਹੁਣ ਦੂਜਾ ਨੰਬਰ, ਇਹਨਾਂ ਨੇ ਲੋਕਾਂ ਦੇ ਵਿੱਚ ਸਵਾਲ ਇਹ ਕੀਤਾ ਵੀ ਅੱਜ ਜਿੱਤ ਹਾਰ ਦਾ ਫੈਸਲਾ ਹੋ ਜੂ। ਜਿਹੜਾ ਇਹਨਾਂ ਦਾ ਭਾਂਡਾ ਗਵਾਚਿਆ, ਜਾਂ ਤਾਂ ਤੂੰ ਲੱਭ ਲਿਆ, ਤੂੰ ਜਿੱਤ ਜਾਏਗਾ, ਜਾਂ ਅਸੀਂ ਲੱਭ ਕੇ ਲਿਆਉਣੇ ਆ, ਅਸੀਂ ਜਿੱਤ ਜਾਵਾਂਗੇ। ਬਾਬਾ ਨਾਨਕ ਕਹਿੰਦਾ ਦੇਖੋ ਭਰਾਵੋ, ਮੈਂ ਆ ਗ੍ਰਸਤੀ ਬੰਦਾ, ਮੈਨੂੰ ਨਹੀਂ ਕਰਾਮਾਤਾਂ ਆਉਂਦੀਆਂ, ਤੇ ਤੁਸੀਂ ਉਹ ਪੁੱਗੇ ਹੋਏ ਸਾਧੂ ਸੰਤ, ਤੁਸੀਂ ਇਹਨਾਂ ਗੱਲਾਂ ਦੇ ਵਿੱਚ ਪਰਪੱਕੋਂ ਮਾਹਰੋਂਗੇ। ਮੈਂ ਤਾਂ ਬੇਨਤੀ ਤੁਹਾਨੂੰ ਹੀ ਕਰ ਦਿੰਦਾ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ, ਤੁਸੀਂ ਕਰੋ। ਕਹਿੰਦੇ ਉਸ ਟਾਈਮ ਤੇ ਨਾ ਬਾਹਲੇ ਖੁਸ਼ ਹੋਏ ਇਹ ਵੀ ਹਾਰ ਗਿਆ। ਬਾਬੇ ਨਾਨਕ ਨੂੰ ਪਤਾ ਵੀ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਨਾ, ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਆ ਵੀ ਜਿਹੜੇ ਕੰਮ ਜੇ ਤੂੰ ਕਰਦਾ ਮੇਰੇ ਨੌਹਾਂ ਵਿੱਚੋਂ ਦੀ ਲੰਘੇ ਹੋਏ ਆ, ਆਪਾਂ ਆਮ ਹੀ ਕਹਿ ਦਿੰਦੇ ਆ ਨਾ। ਬਾਬਾ ਨਾਨਕ ਕਹਿੰਦਾ ਕੋਈ ਨਾ ਕਰੋ ਕੰਮ। ਤੇ ਜਦੋਂ ਹੁਣ ਬਾਬੇ ਨਾਨਕ ਨੇ ਗੱਲ ਕਹੀ, ਇਹਨਾਂ ਨੇ ਹਾਸਾ ਚੱਕਤਾ, ਤਾੜੀਆਂ ਪਾਉਣ, ਕੂਕਾਂ ਮਾਰਨ ਵੀ ਅੱਜ ਤਾਂ ਹਰਾ ਲਿਆ ਇਹਨੂੰ। ਬਸ ਜਿਹੜੇ ਨੂੰ ਭੇਜਿਆ ਸੀ ਵੀ ਚੱਕ ਕੇ ਲੁਕੋਇਆ, ਉਸ ਨੂੰ ਭੇਜਤਾ। ਕਹਿੰਦੇ ਲਿਆ ਚੱਕ ਕੇ, ਫਿਰ ਲਿਆ ਭਾਲ ਕੇ, ਲਿਆ ਟੋਲ। ਸਮਝਾਇਆ ਵੈਸੇ ਪਹਿਲਾਂ ਵੀ 2-4 ਮਿੰਟ ਨਾ ਇੱਧਰ ਉੱਧਰ ਗੇੜੇ ਜੇ ਖਾਈ ਚੱਲੀ, ਫਿਰ ਭਾਲ ਲਈ। ਪਰ ਵਾਹਿਗੁਰੂ ਭਲਾ ਕਰੇ, ਜਿਹੜਾ ਗੇੜੇ ਖਾਣ ਵਾਸਤੇ ਗਿਆ ਨਾ, ਉਹ ਗੇੜੇ ਖਾਂਦੇ ਹੀ ਰਹਿ ਗਿਆ। ਤੇ ਆ ਕੇ ਕਹਿੰਦਾ ਮੈਨੂੰ ਤਾਂ ਭਾਂਡਾ ਥਿਆ ਹੀ ਨਹੀਂ, ਥਿਆ ਹੀ ਨਹੀਂ। ਬਾਬਾ ਨਾਨਕ ਕਹਿੰਦਾ ਭਾਈ ਤੁਸੀਂ ਕਹਿੰਦੇ ਸੀ ਵੀ ਜਿਹੜਾ ਲੱਭ ਲਿਆਊ ਜਿੱਤ ਜੂ, ਸੋਨੂੰ 20 ਮਿੰਟ ਅੱਧਾ ਘੰਟਾ ਹੋਰ ਦਿੱਤਾ, ਭਾਂਡਾ ਲੱਭ ਲਿਆਓ। ਪਰ ਸਿੱਧਾਂ ਨੇ ਜੋਗੀਆਂ ਨੇ ਬੜਾ ਜ਼ੋਰ ਲਾਇਆ, ਭਾਂਡਾ ਜਿੱਥੇ ਲੁਕੋਇਆ ਸੀ ਉੱਥੋਂ ਲੱਭਿਆ ਨਹੀਂ। ਚੁੱਪ ਕਰ ਗਏ, ਚੁੱਪ ਕਰਕੇ ਬਹਿ ਗਏ। ਤੇ ਬਾਬਾ ਨਾਨਕ ਨੇ ਹੁਣ ਕੀ ਕਿਹਾ ਮਰਦਾਨੇ ਨੂੰ? ਕਹਿੰਦਾ ਮਰਦਾਨਿਆ ਪਰ ਭਰਾਵਾ ਤੂੰ ਹੀ ਭਾਲ ਲਿਆ। ਮਰਦਾਨਾ ਕਹਿੰਦਾ 7 ਬਚਨ। ਮਰਦਾਨਾ ਗਿਆ, ਝੱਟ ਭਾਂਡਾ ਚੱਕਿਆ ਤੇ ਮੁੜ ਆਇਆ। ਤੇ ਹੁਣ ਸਿੱਧ ਜਿੱਤੀ ਸ਼ਬਦ ਮੰਡਲੀ ਕਿਹਾ ਨਾ ਗੁਰੂ ਪਾਤਸ਼ਾਹ ਨੇ ਵੀ ਸ਼ਬਦ ਦੇ ਨਾਲ ਜੋਗੀਆਂ ਨੂੰ, ਸਿੱਧਾਂ ਨੂੰ,
ਆਮ ਲੋਕਾਂ ਨੂੰ ਜਿੱਤ ਲਿਆ ਬਾਬੇ ਨਾਨਕ ਨੇ। ਜਦੋਂ ਭਾਂਡਾ ਲਿਆ ਕੇ ਰੱਖਤਾ, ਜਿਹੜੇ ਨੱਚਦੇ ਸੀ ਟੱਪਦੇ ਸੀ, ਪਹਿਲਾਂ ਜੋਗੀਆਂ ਬੰਨੀ ਖੜੇ ਸੀ, ਸਿੱਧਾਂ ਬੰਨੀ ਖੜੇ ਸੀ, ਸਾਰੀ ਬਾਬੇ ਨਾਨਕ ਕੰਨੀ ਉਲਟ ਗਏ। ਕਿਉਂ ਉਲਟ ਗਏ? ਕਿਉਂਕਿ ਸਿੱਧਾਂ ਨੂੰ ਭਾਂਡਾ ਇੱਥੇ ਆਇਆ ਨਹੀਂ, ਉਹਨਾਂ ਰੌਲਾ ਬਹੁਤ ਪਿਆ ਸੀ। ਬਾਬਾ ਚੁੱਪ ਚੁਪੀਤੀ ਭਾਂਡਾ ਲੈ ਆਇਆ। ਇੰਨੇ ਇਕੱਠ ਦੇ ਵਿੱਚ ਬਾਬੇ ਨਾਨਕ ਨੇ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ। ਸੱਚ ਕੀ ਵੇਲਾ ਬਾਬੇ ਨਾਨਕ ਨੇ ਸੱਚ ਦਾ ਪ੍ਰਚਾਰ ਕੀਤਾ ਤੇ ਦੁਬਾਰਾ ਰਵਾਨਗੀ ਹੈ ਜਿਹੜੀ ਆਪਣੇ ਸਹੁਰਿਆਂ ਤੋਂ ਅਚਲ ਬਟਾਲੇ ਤੋਂ ਸਿਵ ਦੇ ਭਾਵ ਇਸ ਪਖੰਡ ਦਾ ਖੰਡਨ ਕਰਕੇ ਕਰਤਾਰਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ। ਤੇ ਇਸ ਤੋਂ ਬਾਅਦ ਗੁਰੂ ਸਾਹਿਬ ਕੁਛ ਹੋਰ ਆਪਣੀ ਜ਼ਿੰਦਗੀ 'ਚ ਕਾਰਜ ਕਰਦੇ ਨੇ। ਉਹ ਕਿਹੜੇ ਕਾਰਜ ਨੇ ਆਉਣ ਵਾਲਾ ਸਮਾਂ ਦੱਸੇਗਾ। ਸਭ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।